प्रभु ने सानू आशीष दी है, बरकत दी है। आज 20 रोजे दी इन्हें के 20 रोजा है, ताकि शाम की आराधना है, कल आराधना नाल दे रोजे समाप्त हो जाएंगे। एक रोज तो बाद लगा जो लगा के पहला रात चलते सीगे उस तरह चलते भी रहेंगे। जितना कि मीटिंगां चलते तो चलदियां ही रहनगियां, मीटिंगां बंद होणगियां नहीं है। सिर्फ 21 दिन का रोजा जेड़ा वही सवेरे आराधना नाल समाप्त होवेगा, बाकी लगातार चलते ही रहेंगे। अजे ਅਸੀਂ परमेश्वर ਦੇ ਬੱਚਿਆਂ ਦੇ ਵਿੱਚੋਂ ਵੇਖਦੇ ਹਾਂ प्रकाश ਦੀ ਪੋਥੀ 3 ਅਧਿਆਏ ਉਹਦੀ 11 ਆਇਤ ਨੂੰ ਪੜ੍ਹਦੇ ਹਾਂ। ਉਹਦੇ ਲਿਖਿਆ ਹੈ प्रकाश ਦੀ ਪੋਥੀ 3 ਅਧਿਆਏ 3 ਬਾਬ ਉਹਦੀ 11 ਆਇਤ ਨੂੰ ਪੜ੍ਹਦੇ ਹਾਂ। ਉਹਦੇ ਲਿਖਿਆ ਹੋਇਆ ਹੈ मैं छेती आउंदा हां, मैं ਛੇਤੀ ਆਉਂਦਾ ਹਾਂ, जो कुछ तेरे कोल है ਜੋ ਕੁਝ ਤੇਰੇ ਕੋਲ ਹੈ सो तकड़ाई नाल फड़ी रख, ਤਕੜਾਈ ਨਾਲ ਫੜੀ ਰੱਖ, किते ऐ ना होवे ਕਿਤੇ ਐਂ ਨਾ ਹੋਵੇ भाई कोई तेरा मुक्त ले जावे। ਕੋਈ ਤੇਰਾ ਮੁਕਟ ਹੋਰ ਲੈ हालेलुया हालेलुया हालेलुया। सोना नहीं है, थोड़ा सा मत परमेश्वर के बच्चे दे विच सोने हैं। परमेश्वर के बच्चे दे विच जो अच्छा पढ़ गए ਅਸੀਂ लगातार 21 दिन ਵੱਖ-ਵੱਖ ਤਰੀਕੇ ਨਾਲ ਬਚਨਾਂ ਨੂੰ ਸੁਣਿਆ। ਅਸੀਂ ਵੱਖ-ਵੱਖ ਤਰੀਕੇ ਦੇ ਨਾਲ ਰੋਜ਼ੇ ਨੂੰ ਰੱਖਿਆ। लगातार उबारतां ਜਿਹੜੀਆਂ ਅਸੀਂ ਕੀਤੀਆਂ, लगातार ਅਸੀਂ ਆਏ ਪਵਿੱਤਰ ਵਚਨ ਨੂੰ ਸੁਣਿਆ, परमेश्वर की संगति ਦੇ ਵਿੱਚ ਬੈਠ ਕੇ परमेश्वर की बरकत ਨੂੰ ਹਾਸਲ ਕੀਤਾ। ਲੇਕਿਨ ਵਚਨ ਕੀ ਕਹਿ ਰਿਹਾ ਹੈ? आज ਸਾਨੂੰ ਵਚਨ ਕੀ ਕਹਿ ਰਿਹਾ ਹੈ? मैं छेती आउंदा हां, मैं ਛੇਤੀ ਆਉਂਦਾ ਹਾਂ, अते जो कुछ तेरे कोल है ਜੋ ਕੁਝ ਤੇਰੇ ਕੋਲ ਹੈ सो तकड़ाई नाल फड़ी रख, ਉਸ ਨੂੰ ਤਕੜਾਈ ਦੇ ਨਾਲ ਫੜੀ। ਹਾਲੇਲੂਇਆ। ਜੋ ਕੁਝ ਇਹਨਾਂ ਦਿਨਾਂ ਦੇ ਵਿੱਚ परमेश्वर ने सानू बरकत दी है, जेड़ी परमेश्वर ने इन्हां दिनां दे विच सानू आशीष दी है, जेड़ी इन्हां दिनां दे विच परमेश्वर ने साडे उत्ते दया कीती है, परमेश्वर ने साडे उत्ते कृपा कीती है। उस कृपा नूं असीं गवाउणा नहीं है। किदां रखना है? टुकड़ाई दे नाल। किदां मुड़ के रखना है? तकड़ाई नाल। टुकड़ाई दे नाल। वचन कहता है जेड़ी तेन बरकत मिल गई है, जेड़ी तेन इन्हां आशीष मिली है, जो तू प्रभु ने कोलों पाया है, उस बरकत नूं बड़ी टुकड़ाई दे नाल तू फड़ के रखना है। किते ये ना होवे कि तेरा मुक्त कोई होर ले। ਅਸੀਂ ਮਿਹਨਤ ਅਸੀਂ ਕੀਤੀ ਹੈ, ਕਮਾਈ ਅਸੀਂ ਕੀਤੀ ਹੈ, ਦਿਹਾੜੀ ਤੇ ਅਸੀਂ ਆਈ ਹੈ, ਤੇ ਜੇ ਕੋਈ ਹੋਰ ਲੈ ਗਿਆ ਪੈਸੇ ਉਹਦਾ ਕੋਈ ਫਾਇਦਾ ਹੋਵੇਗਾ ਹੀ ਨਹੀਂ। ਦਿਹਾੜੀ ਕੋਈ ਲਾਵੇ, ਮਿਹਨਤ ਕੋਈ ਕਰੇ, ਕੰਮ ਕੋਈ ਕਰਦਾ ਹੈ, ਤੇ ਪੈਸੇ ਕੋਈ ਹੋਰ ਲੈ ਜਾਵੇਗਾ, ਫਿਰ ਸਾਨੂੰ ਉਹਦਾ ਕੀ ਫਲ ਮਿਲੇਗਾ? ਫਲ ਮਿਲੇਗਾ ਨਹੀਂ। ਉਹਦਾ ਫਲ ਸਾਨੂੰ ਮਿਲੇਗਾ ਨਹੀਂ, ਕਿਉਂਕਿ ਮਿਹਨਤ ਕਰਦੇ ਰਹੇ, ਮਿਹਨਤ ਲਗਾਤਾਰ ਕਰਦੇ ਰਹੇ, ਤਾਂ ਫਲ ਕੋਈ ਹੋਰ ਲੈ ਗਿਆ, फल कोई हो रही ले जावे तो ਉਹਦਾ ਸਾਨੂੰ ਕੋਈ ਫਾਇਦਾ ਹੀ ਨਹੀਂ ਹੈ। ਅਸੀਂ 21 ਦਿਨ ਅੱਜ 20 ਦਿਨ ਹੋ ਗਏ ਨੇ ਅਸੀਂ ਬੈਠੇ ਹਾਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ, ਪਰਮੇਸ਼ਵਰ ਦੀ ਆਰਾਧਨਾ ਦੇ ਵਿੱਚ, ਪਰਮੇਸ਼ਵਰ ਦੀ ਸੰਗਤੀ ਕਰਨ ਦੇ ਵਿੱਚ, ਤੇ ਵਚਨ ਕਹਿੰਦਾ ਹੈ ਜਿਹੜੀਆਂ ਬਰਕਤਾਂ ਮੈਂ ਤੁਹਾਨੂੰ ਦਿੱਤੀਆਂ ਨੇ ਉਹਨਾਂ ਸਾਰੀਆਂ ਬਰਕਤਾਂ ਨੂੰ ਬੜੀ ਟੁਕੜਾਈ ਦੇ ਨਾਲ ਤੂੰ ਫੜ ਕੇ ਰੱਖਣਾ ਹੈ। ਇਹਨਾਂ ਨੂੰ ਗਵਾਉਣਾ ਨਹੀਂ ਹੈ, ਇਹਨਾਂ ਨੂੰ ਗਵਾਉਣਾ ਨਹੀਂ ਹੈ। ਇਹ ਤਾਂ ਸਾਰੀਆਂ ਬਰਕਤਾਂ ਨੂੰ ਜਿਹੜਾ ਹੈ ਤੁਸੀਂ ਫੜ ਕੇ ਰੱਖਣਾ ਹੈ, ਆਪਣੇ ਕੋਲ ਰੱਖਣਾ ਹੈ, ਇਹਨਾਂ ਨੂੰ ਕਦੇ ਗਵਾਉਣਾ ਨਹੀਂ ਹੈ। ਅਸੀਂ ਵੇਖਦੇ ਹਾਂ ਜਦ ਅਸਤਰ ਦੇ ਬਾਰੇ ਅਸੀਂ ਪੜ੍ਹ ਕੇ ਵੇਖਦੇ ਹਾਂ ਪਰਮੇਸ਼ਵਰ ਦੇ ਬੱਚੇ ਦੇ ਵਿੱਚੋਂ, ਜਦੋਂ ਅਸੀਂ ਅਸਤਰ ਦੇ ਬਾਰੇ ਪੜ੍ਹ ਕੇ ਵੇਖਦੇ ਹਾਂ ਉਹਦੇ ਵਿੱਚ ਇਸ ਤਰੀਕੇ ਨਾਲ ਲਿਖਿਆ ਹੋਇਆ ਹੈ। ਕਿਹੜੀ ਅਸਤਰ? ਪਰਮੇਸ਼ਵਰ ਦੇ ਬੱਚਿਆਂ ਦੇ ਵਿੱਚੋਂ ਅਸਤਰ ਉਹਦਾ 4 ਅਧਿਆਏ, अस्तर 4 अध्याय 15 ਵਿੱਚ ਲਿਖਿਆ ਹੈ। ਅਸਤਰ ਨੇ ਮੁੜ ਆਖਿਆ, ਅਸਤਰ ਨੇ ਮੁੜ ਆਖਿਆ ਕਿ ਜਾ ਤੇ ਸ਼ੂਸ਼ਨ ਵਿੱਚ ਜਿੰਨੇ ਯਹੂਦੀ ਹਨ, ਜਾ ਤੇ ਸ਼ੂਸ਼ਨ ਦੇ ਵਿੱਚ ਜਿੰਨੇ ਵੀ ਯਹੂਦੀ ਹਨ ਉਹਨਾਂ ਨੂੰ ਇਕੱਠੇ ਕਰ, ਉਹਨਾਂ ਨੂੰ ਇਕੱਠੇ ਕਰ, ਅਤੇ ਤੁਸੀਂ ਮੇਰੇ ਲਈ ਵਰਤ ਰੱਖੋ, ਤੁਸੀਂ ਮੇਰੇ ਲਈ ਵਰਤ ਰੱਖੋ, ਅਤੇ 3 ਦਿਨ ਤੱਕ ਦਿਨ ਰਾਤ ਨਾ ਕੁਝ ਖਾਣ ਨਾ ਪੀਣ, ਨਾ ਕੁਝ ਖਾਣ ਤੇ ਨਾ ਕੁਝ ਪੀਣ, ਅਤੇ ਮੈਂ ਵੀ ਆਪਣੀਆਂ ਸਹੇਲੀਆਂ ਸਣੇ ਐਵੇਂ ਹੀ ਵਰਤ ਰੱਖਾਂਗੀ। मैं भी
ਆਪਣੀਆਂ ਸਹੇਲੀਆਂ ਦੇ ਸਣੇ ਐਵੇਂ ਹੀ ਵਰਤ ਰੱਖਾਂਗੀ। ਉਹਨੇ ਕੀ ਕੀਤਾ ਹੈ? ਵਰਤ ਨੂੰ ਰੱਖਿਆ ਹੈ। ਅਸਤਰ ਨੇ ਵਰਤ ਨੂੰ ਰੱਖਿਆ ਹੈ। ਉਹਨੇ ਕਿਸ ਕਰਕੇ ਵਰਤ ਰੱਖਿਆ ਸੀ? ਚਾਟੀ ਦੀ 8 ਅਧ ਨੂੰ ਪੜ੍ਹਦਿਆਂ ਲਿਖਿਆ ਉਹਦੇ ਵਿੱਚ, ਨਾਲੇ ਉਸ ਹੁਕਮ ਦੀ ਨਕਲ ਉਹਨੂੰ ਦਿੱਤੀ ਜਿਹੜਾ ਸ਼ੂਸ਼ਨ ਵਿੱਚ ਉਹਨਾਂ ਦੇ ਨਾਸ ਕਰਨ ਲਈ ਦਿੱਤਾ ਗਿਆ ਸੀ, ਤਾਂ ਕਿ ਉਹ ਅਸਤਰ ਨੂੰ ਉਕਾਵੇ ਅਤੇ ਉਹਨੂੰ ਦੱਸੇ ਅਤੇ ਉਹਨੂੰ ਤਾਕੀਦ ਕਰੇ ਕਿ ਉਹ ਪਾਤਸ਼ਾਹ ਕੋਲ ਜਾ ਕੇ ਉਹਦੇ ਅੱਗੇ ਤਰਲੇ ਕਰੇ ਅਤੇ ਉਹਦੇ ਸਨਮੁਖ ਆਪਣੀ ਉਮਤ ਲਈ ਬੇਨਤੀ ਕਰੇ। ਉਹਦੇ ਮਾਤ ਕਈ ਜੋ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਵਫਾਦਾਰੀ ਨਾਲ ਚੱਲਦਾ ਸੀ, ਜੋ ਬੜਾ ਇਮਾਨਦਾਰੀ ਦੇ ਨਾਲ ਚੱਲਦਾ ਸੀ, ਉਹ ਕਿਸੇ ਦੇ ਸਾਹਮਣੇ ਗੋਡਾ ਨਹੀਂ ਸੁਣਾਉਂਦਾ, ਉਹ ਕਿਸੇ ਦੇ ਕੋਲ ਨਹੀਂ ਡਰਦਾ। ਕਹਿੰਦਾ ਸੀ ਮੇਰਾ ਖੁਦਾ ਮੇਰੇ ਨਾਲ ਹੈ, ਵਫਾਦਾਰ ਹੈ, ਮੇਰਾ ਖੁਦਾ ਵਫਾਦਾਰ ਹੈ, ਉਹ ਮੇਰੇ ਨਾਲ ਹੈ, ਮੈਨੂੰ ਕਿਸੇ ਦਾ ਵੀ ਕੋਈ ਡਰ ਨਹੀਂ ਆ। ਸਿਰਫ ਪਰਮੇਸ਼ਵਰ ਦੇ ਹੁਕਮ ਨੂੰ ਮੰਨਦਾ ਸੀ, ਹੋਰ ਕਿਸੇ ਦੇ ਹੁਕਮ ਨੂੰ ਨਹੀਂ ਸੀ ਮੰਨਦਾ। ਜਦੋਂ ਉਹਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਮੇਰੇ ਕਾਰਨ ਯਹੂਦੀ ਲੋਕਾਂ ਦਾ ਕੀ ਹੋ ਜਾਵੇਗਾ, ਨਾਸ਼ ਹੋ ਜਾਵੇਗਾ, ਕਿਉਂਕਿ ਲੋਕਾਂ ਨੇ ਜਿਹੜਾ ਸੀ ਉਹ ਇਹ ਗੱਲ ਨੂੰ ਸੋਚ ਲਿਆ ਕਿ ਯਹੂਦੀ ਕੌਮ ਜਿਹੜੀ ਆ ਨਾਸ਼ ਕਰ ਦਿੱਤੀ ਜਾਵੇ। ਜਦੋਂ ਪਤਾ ਲੱਗ ਗਿਆ ਕਿ ਕਾਨੂੰਨ ਪਾਸ ਹੋ ਗਿਆ ਹੈ, ਇਹ ਗੱਲਾਂ ਜਿਹੜੀਆਂ ਨੇ ਬਣ ਗਈਆਂ ਨੇ, ਸਭ ਕੁਝ ਜਦੋਂ ਨੇ ਵੇਖਿਆ ਤੇ ਉਹਨੇ ਕੀ ਕੀਤਾ? ਉਹ ਕਿਹਦੇ ਕੋਲ ਆਇਆ? ਉਹ ਅਸਤਰ ਦੇ ਕੋਲ ਆ ਗਿਆ। ਅਸਤਰ ਜਿਹੜੀ ਸੀਗੀ ਉਸ ਵਕਤ ਪੁਰਾਣੀ ਸੀ, ਪਰ ਉਸ ਸਮੇਂ ਇੱਕ ਗੱਲ ਸੀ, ਜਿੰਨੀ ਦੇਰ ਤੱਕ ਰਾਜਾ ਜਿਹੜਾ ਹੈ ਕਿਸੇ ਨੂੰ ਅੰਦਰ ਨਹੀਂ ਸੀ ਬੁਲਾਉਂਦਾ, ਉਨੀ ਦੇਰ ਤੱਕ ਕੋਈ ਵੀ ਅੰਦਰ ਜਾ ਸਕਦਾ ਨਹੀਂ ਸੀਗਾ। ਉਨੀ ਦੇਰ ਤੱਕ ਕੋਈ ਨਹੀਂ ਸੀ ਅੰਦਰ ਜਾ ਸਕਦਾ। ਉਨੀ ਦੇਰ ਤੱਕ ਕੋਈ ਰਾਜੇ ਨੂੰ ਮਿਲਣ ਵਾਸਤੇ ਅੰਦਰ ਨਹੀਂ ਸੀ ਜਾ ਸਕਦਾ, ਭਾਵੇਂ ਕੋਈ ਵੀ ਕਿਉਂ ਨਾ ਹੋਵੇ। ਲੇਕਿਨ ਜਦੋਂ ਅਸਤਰ ਨੂੰ ਇਹ ਗੱਲ ਪਤਾ ਲੱਗੀ ਕਿ ਇਹ ਸਭ ਕੁਝ ਹੋ ਰਿਹਾ ਹੈ, ਅਸਤਰ ਤੱਕ ਗੱਲ ਪਹੁੰਚ ਗਈ ਕਿ ਮੇਰੇ ਲੋਕ ਜਿਹੜੇ ਆ ਮਾਰੇ ਜਾ ਰਹੇ ਨੇ, ਮੇਰੇ ਲੋਕਾਂ ਦਾ ਜਿਹੜਾ ਹੈ ਬਹੁਤ ਸਾਰਾ ਨੁਕਸਾਨ ਹੋ ਰਿਹਾ ਹੈ, ਕੋਈ ਵੀ ਮੇਰੇ ਲੋਕ ਬਚਣਗੇ ਨਹੀਂ ਹੈ। ਇਹ ਖਬਰ ਜਿਹੜੀ ਸੀ ਜਦੋਂ ਅਸਤਰ ਨੂੰ ਪਹੁੰਚ ਗਈ, ਅਸਤਰ ਜਿਹੜੀ ਆ ਉਸ ਵਕਤ ਤੇ ਉਹਨੇ ਕੀ ਕੀਤਾ? ਜਦ 15 ਤੱਕ ਲਿਖਦੇ ਆ, 14 ਨੂੰ ਪੜ੍ਹੀ ਲਿਖਿਆ ਹੈ, ਕਿਉਂਕਿ ਜੇ ਤੂੰ ਇਸ ਵੇਲੇ ਚੁੱਪ ਸਾਧ ਲਈ, ਮਾਰਕ ਕਈ ਪਰਮੇਸ਼ਵਰ ਦਾ ਬੰਦਾ ਜਿਹੜਾ ਹੈ ਉਹ ਕੀ ਕਹਿੰਦਾ ਹੈ? ਕਹਿੰਦਾ ਜੇ ਤੂੰ ਚੁੱਪ ਸਾਧ ਲਈ ਤਾਂ ਯਹੂਦੀਆਂ ਦੀ ਰਿਹਾਈ, ਯਹੂਦੀਆਂ ਦੀ ਰਿਹਾਈ ਜਿਹੜੀ ਆ ਔਰ ਛੁਟਕਾਰਾ ਕਿਸੇ ਹੋਰ ਥਾਂ ਤੋਂ ਆਵੇਗਾ। ਯਹੂਦੀਆਂ ਦੀ ਰਿਹਾਈ ਤੇ ਛੁਟਕਾਰਾ ਜਿਹੜਾ ਕਿਸੇ ਹੋਰ ਜਗ੍ਹਾ ਤੋਂ ਆ ਜਾਵੇਗਾ, ਪਰ ਤੂੰ ਔਰ ਤੇਰੇ ਪਿਤਾ ਦਾ ਟੱਬਰ ਨਾਸ਼ ਹੋ ਜਾਓਗੇ। ਪਰ ਤੂੰ ਤੇ ਤੇਰੇ ਪਿਤਾ ਦਾ ਟੱਬਰ ਕੀ ਹੋ ਜਾਓਗੇ? ਨਾਸ਼ ਹੋ ਜਾਓਗੇ, ਜੇ ਤੂੰ ਚੁੱਪ ਸਾਧ ਲਈ। ਅੱਜ ਸਾਨੂੰ ਚੁੱਪ ਰਹਿਣ ਦੀ ਲੋੜ ਨਹੀਂ, ਅਸੀਂ ਲਗਾਤਾਰ ਕੀ ਕੀਤਾ ਹੈ? ਚੁੱਪ ਨੂੰ ਨਹੀਂ ਸਾਧਦੇ, ਲਗਾਤਾਰ ਪ੍ਰਾਰਥਨਾ ਕੀਤੀ ਹੈ। ਅੱਜ ਚੁੱਪ ਰਹਿਣਾ ਨਹੀਂ ਹੈ। ਉਹਨੇ ਕੀ ਕੀਤਾ? ਉਹਨੂੰ ਇਹ ਸੁਨੇਹਾ ਮਿਲ ਗਿਆ ਇਸ ਢੰਗ ਦੇ ਨਾਲ, ਇਸ ਤਰੀਕੇ ਦੇ ਨਾਲ, ਜੇ ਤੂੰ ਹੀ ਚੁੱਪ ਸਾਧ ਲਈ ਤੇ ਕੋਈ ਨਾ ਕੋਈ ਪਰਮੇਸ਼ਵਰ ਦੇ ਲੋਕ ਖੜੇ ਹੋ ਜਾਣਗੇ, ਕੋਈ ਨਾ ਕੋਈ ਪਰਮੇਸ਼ਵਰ ਦਾ ਦਾਸ ਖੜਾ ਹੋ ਜਾਵੇਗਾ, ਪਰ ਤੂੰ ਤੇ ਤੇਰਾ ਪਰਿਵਾਰ ਨਾਸ ਹੋ ਜਾਓਗੇ। ਅੱਜ ਹੋ ਸਕਦਾ ਹੈ ਜਿਹੜੀਆਂ ਅਸੀਂ ਪ੍ਰਾਰਥਨਾ ਕੀਤੀਆਂ, ਜਿਹੜੀਆਂ ਅਸੀਂ ਬੇਨਤੀਆਂ ਕਰ ਰਹੇ ਸਾਂ, ਅਸੀਂ ਸੋਚਦੇ ਕਿ ਸ਼ਾਇਦ ਇਹਦਾ ਉੱਤਰ ਸਾਨੂੰ ਨਹੀਂ ਮਿਲਿਆ, ਲੇਕਿਨ ਕਿਹਨੂੰ ਉੱਤਰ ਮਿਲ ਗਿਆ ਹੈ? ਅਸੀਂ ਕਿਹਦੇ ਵਾਸਤੇ ਪ੍ਰਾਰਥਨਾ ਕਰ ਰਹੇ ਸੀ, ਅਸੀਂ ਕਿਹਦੇ ਵਾਸਤੇ ਬੇਨਤੀ ਕਰ ਰਹੇ ਸੀ, ਅਸੀਂ ਆਪਣੇ ਦੇਸ਼ ਵਾਸਤੇ ਪ੍ਰਾਰਥਨਾ ਕਰ ਰਹੇ ਸੀ, ਆਪਣੇ ਲੋਕਾਂ ਦੇ ਵਾਸਤੇ ਪ੍ਰਾਰਥਨਾ ਕਰ ਰਹੇ ਸੀ। ਪ੍ਰਭੂ ਉਹਨਾਂ ਦੀਆਂ ਪ੍ਰਾਰਥਨਾ ਨੂੰ, ਸਾਡੀਆਂ ਪ੍ਰਾਰਥਨਾ ਨੂੰ ਸੁਣ ਕੇ ਉਹਨਾਂ ਦੇ ਉੱਤਰ ਵੀ ਹਾਂ ਤੇ ਆਮੀਨ ਵਿੱਚ ਦੇ ਰਿਹਾ ਹੈ। ਹਾਲੇਲੂਇਆ। ਅੱਜ ਉਹਨਾਂ ਲੋਕਾਂ ਨੂੰ ਛੁਟਕਾਰਾ ਦੇ ਰਿਹਾ ਹੈ, ਅੱਜ ਉਹਨਾਂ ਲੋਕਾਂ ਨੂੰ ਚੰਗਾ ਕਰ ਰਿਹਾ ਹੈ, ਅੱਜ ਉਹਨਾਂ ਲੋਕਾਂ ਦੇ ਉੱਤੇ ਕਿਰਪਾ ਕਰ ਰਿਹਾ ਹੈ। ਕਹਿੰਦਾ ਛੁਟਕਾਰਾ ਕਿਤੇ ਹੋਰ ਤੋਂ ਆ ਜਾਵੇਗਾ, ਪਰ ਤੂੰ ਚੁੱਪ ਰਹਿਣਾ ਨਹੀਂ ਹੈ, ਅਸੀਂ ਪ੍ਰਾਰਥਨਾ ਕਰਦੇ ਹੀ ਰਹਿਣਾ ਹੈ। ਲੇਕਿਨ ਅਸੀਂ ਪ੍ਰਾਰਥਨਾ ਕਰਨਾ ਹੈ, ਅਸੀਂ ਆਪਣੀ ਕੌਮ ਦੇ ਲਈ ਪ੍ਰਾਰਥਨਾ ਕਰਨਾ ਹੈ, ਆਪਣੇ ਲੋਕਾਂ ਦੇ ਲਈ ਅਸੀਂ ਪ੍ਰਾਰਥਨਾ ਕੀਤੀਆਂ ਨੇ। ਸਾਡਾ ਵਿਸ਼ਵਾਸ ਹੈ ਕਿ ਪ੍ਰਭੂ ਨੇ ਪ੍ਰਾਰਥਨਾ ਨੂੰ ਸੁਣਿਆ। ਇਸ ਕਰਕੇ ਨੇ ਕੀ ਕੀਤਾ ਹੈ? ਜਦ ਪ੍ਰਾਰਥਨਾ ਕਰ ਰਿਹਾ ਹੈ ਤਾਂ ਅਸਤਰ ਨੇ ਮੋੜ ਆਖਿਆ, ਅਸਤਰ ਨੇ ਇਸ ਗੱਲ ਨੂੰ ਮੋੜ ਆਖਿਆ ਕਿ ਜਾ ਤੇ ਸ਼ੂਸ਼ਨ
ਵਿੱਚ ਜਿੰਨੇ ਯਹੂਦੀ ਹਨ ਯਾਰ ਤੂੰ ਸ਼ੂਸ਼ਨ ਦੇ ਵਿੱਚ ਜਿੰਨੇ ਯਹੂਦੀ ਹਨ ਉਹਨਾਂ ਨੂੰ ਇਕੱਠਾ ਕਰ ਉਹਨਾਂ ਨੂੰ ਇਕੱਠਾ ਕਰੀ ਅਤੇ ਤੁਸੀਂ ਮੇਰੇ ਲਈ ਵਰਤ ਰੱਖੋ ਤੁਸੀਂ ਮੇਰੇ ਲਈ ਵਰਤ ਰੱਖੋ ਅਤੇ 3 ਦਿਨ ਤੱਕ ਦਿਨ ਰਾਤ ਨਾ ਕੁਝ ਖਾਣ ਨਾ ਪੀਣ ਨਾ ਕੁਝ ਖਾਣ ਤੇ ਨਾ ਹੀ ਕੁਝ ਪੀਣ 3 ਦਿਨ ਤੱਕ ਉਹਨੇ ਵਰਤ ਰੱਖਿਆ ਉਹਨੇ ਕਿਹਾ ਸਾਰੇ ਯਹੂਦੀਆਂ ਦੇ ਵਿੱਚ ਸੰਦੇਸ਼ਾ ਦੇ ਦਿਓ ਅੱਜ ਅਸੀਂ ਕੀ ਕੀਤਾ ਸੀ ਸਾਰੀ ਕਲੀਸਿਆ ਨੂੰ ਕੀ ਦਿੱਤਾ ਸੰਦੇਸ਼ਾ ਦਿੱਤਾ ਸੀ ਕਈ ਤਰੀਕੇ ਨਾਲ ਹੋਰ ਵੀ ਸੰਦੇਸ਼ਾ ਦਿੱਤਾ ਕਈਆਂ ਲੋਕਾਂ ਨੂੰ ਹੋਰ ਵੀ ਸੰਦੇਸ਼ਾ ਦਿੱਤਾ ਹੋ ਸਕਦਾ ਹੈ ਕਿਸ ਨੇ ਗ੍ਰਹਿਣ ਕੀਤਾ ਜਾਂ ਨਹੀਂ ਕੀਤਾ ਹੋ ਸਕਦਾ ਹੈ ਕੋਈ ਤੇ ਨਹੀਂ ਸਿਆ ਸਕਦਾ ਉਹਨੇ ਉਹ ਜਦ ਤੱਕ ਗ੍ਰਹਿਣ ਕੀਤਾ ਹੈ ਉਹ ਵੀ ਸਾਡੇ ਨਾਲ ਪ੍ਰਾਰਥਨਾ ਵਿੱਚ ਸ਼ਾਮਲ ਹੋ ਸਕਦਾ ਹੈ ਪਰ ਅਸੀਂ ਜਿੰਨੀਆਂ ਪ੍ਰਾਰਥਨਾ ਕਰਦੇ ਆ ਸਾਡਾ ਵਿਸ਼ਵਾਸ ਪ੍ਰਭੂ ਸੁਣ ਰਿਹਾ ਅਸਤਰ ਨੇ ਕੀ ਕਿਹਾ ਆਂਦੀ ਤੁਸੀਂ ਕੀ ਕਰੋ ਸਭ ਨੂੰ ਹੋਕਾ ਦੇ ਦਿਓ ਮੈਂ ਵੀ ਆਪਣੀਆਂ ਸਹੇਲੀਆਂ ਦੇ ਨਾਲ 3 ਦਿਨ ਵਰਤ ਰੱਖਾਂਗੀ ਦਿਨ ਤੇ ਰਾਤ ਨਾ ਕੁਝ ਖਾਵਾਂਗੀ ਤੇ ਨਾ ਕੁਝ ਪੀਵਾਂਗੀ ਹਾਂਜੀ ਅਤੇ ਮੈਂ ਵੀ ਆਪਣੀਆਂ ਸਹੇਲੀਆਂ ਸਣੇ ਇਵੇਂ ਹੀ ਵਰਤ ਰੱਖਾਂਗੀ ਹਾਂਜੀ ਅਤੇ ਉਹ ਮੈਂ ਪਾਤਸ਼ਾਹ ਦੇ ਕੋਲ ਜਾਵਾਂਗੀ ਹਾਂਜੀ ਜਿਹੜਾ ਕਾਨੂੰਨ ਦੇ ਅਨੁਸਾਰ ਨਹੀਂ ਹਾਂਜੀ ਮੈਂ ਪਾਤਸ਼ਾਹ ਦੇ ਕੋਲ ਜਾਵਾਂਗੀ ਜਿਹੜਾ ਕਾਨੂੰਨ ਦੇ ਅਨੁਸਾਰ ਨਹੀਂ ਹੈ ਜੇ ਮੈਂ ਮਿਟ ਗਈ ਤਾਂ ਮੈਂ ਮਿਟ ਗਈ ਕੀ ਆਂਦੀ ਹੈ ਮੈਂ ਮਿਟ ਗਈ ਤਾਂ ਭਾਵੇਂ ਮਿਟ ਗਈ ਮਰ ਜਾਵਾਂ ਤੇ ਭਾਵੇਂ ਉੱਥੇ ਮਰ ਜਾਵਾਂ ਰਾਜੇ ਨੇ ਮੈਨੂੰ ਨਹੀਂ ਬੁਲਾਇਆ ਹੈ ਪਰ ਮੈਂ ਰਾਜੇ ਦੇ ਦਰਬਾਰ ਵਿੱਚ ਜਾਵਾਂਗੀ ਮੈਂ ਮਰ ਜਾਵਾਂਗੀ ਤਾਂ ਭਾਵੇਂ ਮਰ ਜਾਵਾਂ ਤੇਰੀ ਮੈਨੂੰ ਆਪਣੀ ਜਾਨ ਦੀ ਕੋਈ ਵੀ ਪਰਵਾਹ ਨਹੀਂ ਹੈ ਉਹਨੇ ਆਪਣੀ ਜਾਨ ਦੀ ਨਾ ਪਰਵਾਹ ਕਰਦੇ ਵੀ ਹੋਏ ਰਾਜੇ ਦੇ ਕੋਲ ਚਲੀ ਗਈ ਜਦੋਂ ਰਾਜੇ ਨੇ ਰੋਜ਼ਾ ਰੱਖਿਆ ਰਾਜੇ ਦੇ ਕੋਲ ਜਾਣ ਤੋਂ ਪਹਿਲਾਂ ਉਹਨੇ ਕੀ ਰੱਖਿਆ ਏ ਉਹਨੇ ਕੀ ਕੀਤਾ ਏ ਵਰਤ ਰੱਖਿਆ ਏ ਉਹਨੇ ਵਰਤ ਰੱਖਿਆ ਏ ਵਰਤ ਰੱਖ ਕੇ ਉਹ ਰਾਜੇ ਦੇ ਕੋਲ ਗਈ ਏ ਵਰਤ ਰੱਖ ਕੇ ਉਹ ਰਾਜੇ ਦੇ ਕੋਲ ਪਹੁੰਚ ਗਈ ਏ ਜਦੋਂ ਵਰਤ ਰੱਖਿਆ ਉਹ ਪ੍ਰਾਰਥਨਾ ਕਰਕੇ ਰਾਜੇ ਦੇ ਕੋਲ ਗਈ ਏ ਤੇ ਰਾਜੇ ਦਾ ਦਿਲ ਪਰਮੇਸ਼ਵਰ ਨੇ ਬਦਲ ਦਿੱਤਾ ਹਾਲੇਲੂਇਆ ਹਾਲੇਲੂਇਆ ਅੱਜ ਵਿਰੋਧੀਆਂ ਨੂੰ ਪ੍ਰਭੂ ਸ਼ਰਮਿੰਦਾ ਕਰ ਦਿੱਤਾ ਹੈ ਜਿੱਥੇ ਇਹ ਲੋਕ ਮਾਰੇ ਜਾਣੇ ਸੀ ਉੱਥੇ ਵਿਰੋਧੀ ਸਾਰੇ ਮਾਰੇ ਜਾਣੇ ਸੀ ਉਸੇ ਦਿਨ ਵਿਰੋਧੀਆਂ ਦਾ ਕੀ ਹੋ ਗਿਆ ਨਾਸ ਹੋ ਗਿਆ ਪ੍ਰਾਰਥਨਾ ਦੇ ਵਿੱਚ ਰੋਜ਼ੇ ਦੇ ਵਿੱਚ ਇੰਨੀ ਤਾਕਤ ਹੈ ਇੰਨੀ ਬਰਕਤ ਇੰਨੀ ਵੱਡੀ ਸਾਮਰਥ ਹੈ ਹਰ ਇੱਕ ਤਰ੍ਹਾਂ ਦਾ ਬੰਧਨ ਜਿਹੜਾ ਹੈ ਪਰਮੇਸ਼ਵਰ ਤੋੜ ਦਿੰਦਾ ਹੈ ਹਾਲੇਲੂਇਆ ਇਹਨਾਂ ਦੇ ਵਿੱਚ ਪਰਮੇਸ਼ਵਰ ਨੇ ਬਹੁਤ ਸਾਰੇ ਜਿਹੜੇ ਇਹਨਾਂ ਦੇ ਦਿਲ ਪੱਥਰ ਸੀਗੇ ਉਹਨਾਂ ਦੇ ਪੱਥਰ ਦਿਲ ਜਿਹੜੇ ਤੋੜ ਦਿੱਤੇ ਅਸੀਂ ਭੁੱਖ ਤੇ ਪਿਆਸ ਨੂੰ ਕੱਟਿਆ ਆਪਣੇ ਸਰੀਰ ਵੱਲ ਵੇਖਿਆ ਨਹੀਂ ਹੈ ਅਸੀਂ ਪਰਮੇਸ਼ਵਰ ਵੱਲ ਵੇਖਿਆ ਹੈ ਅਸੀਂ ਉਹਨਾਂ ਦੀ ਰੂਹਾਈ ਵਾਸਤੇ ਪ੍ਰਾਰਥਨਾ ਕਰ ਰਹੇ ਸੀ ਅਸੀਂ ਉਹਨਾਂ ਦੀ ਚੰਗਾਈ ਵਾਸਤੇ ਪ੍ਰਾਰਥਨਾ ਕਰ ਰਹੇ ਸੀ ਉਹਨਾਂ ਦੀ ਛੁਟਕਾਰੇ ਵਾਸਤੇ ਪ੍ਰਾਰਥਨਾ ਕਰ ਰਹੇ ਸੀ ਲੇਕਿਨ ਪ੍ਰਭੂ ਨੇ ਸਾਡੀਆਂ ਵੀ ਪ੍ਰਾਰਥਨਾ ਸੁਣ ਲਿਆ ਹੈ ਜਿਨੇ ਅਸਤਰ ਦੇ ਰੋਜ਼ੇ ਨੂੰ ਕਬੂਲ ਕੀਤਾ ਅਸਤਰ ਦੇ ਵਰਤ ਨੂੰ ਕਬੂਲ ਕੀਤਾ ਤੇ ਰਾਜੇ ਦੇ ਜੀਵਨ ਨੂੰ ਬਦਲ ਦਿੱਤਾ ਅੱਜ ਉਹੀ ਪਰਮੇਸ਼ਰ ਜਿਹੜਾ ਹੈ ਉਹਨੇ ਸਾਡੀਆਂ ਵੀ ਪ੍ਰਾਰਥਨਾ ਸੁਣੇ ਹਾਲੇਲੂਇਆ ਅਸੀਂ ਹਾਰ ਮੰਨਦੇ ਨਹੀਂ ਹਾਂ ਅਸੀਂ ਹਾਰ ਨੂੰ ਕਦੇ ਮੰਨਦੇ ਨਹੀਂ ਹਾਂ ਬਰਕਤ ਲੈਣ ਵਾਸਤੇ ਸਾਨੂੰ ਕੁਝ ਵੀ ਕਰਨਾ ਪਵੇ ਅਸੀਂ ਪਰਮੇਸ਼ਵਰ ਦੇ ਕੋਲੋਂ ਬਰਕਤ ਨੂੰ ਲੈਣਾ ਹੈ ਜਦ ਅਸੀਂ ਯਾਕੂਬ ਦੇ ਵਿੱਚੋਂ ਯਾਕੂਬ ਦੇ ਬਾਰੇ ਪੜ੍ਹ ਕੇ ਵੇਖਦੇ ਉਤਪੱਤ ਦੇ ਵਿੱਚੋਂ ਯਾਕੂਬ ਦੇ ਬਾਰੇ ਅਸੀਂ ਉਤਪੱਤ ਦੇ ਵਿੱਚੋਂ ਪੜ੍ਹ ਕੇ ਵੇਖਦੇ ਹਾਂ ਉਹਦੇ ਵਿੱਚ ਵੀ ਉਹਨੇ ਬਰਕਤ ਲੈਣ ਵਾਸਤੇ ਉਹਨੇ ਬਰਕਤ ਨੂੰ ਪਾਉਣ ਵਾਸਤੇ ਉਹਨੇ ਬਰਕਤ ਨੂੰ ਲੈਣ ਵਾਸਤੇ ਜਿਹੜਾ ਸੀਗਾ ਪੂਰਾ ਜੰਗ ਕੀਤਾ ਸਾਨੂੰ ਬਰਕਤ ਲੈਣ ਵਾਸਤੇ ਪੂਰਾ ਜਿਹੜਾ ਜੰਗ ਕਰਨਾ ਪੈਂਦਾ ਹੈ ਕੋਈ ਚੀਜ਼ ਲੈਣੀ ਹੈ ਤੇ ਸਾਨੂੰ ਜਿਹੜਾ ਸ਼ੁੱਧ ਕਰਨਾ ਪੈਂਦਾ ਹੈ ਜਦ ਅਸੀਂ 32 ਅਧਿਆਏ ਨੂੰ ਪੜ੍ਹ ਕੇ ਵੇਖ ਰਹੇ ਹਾਂ ਉਤਪੱਤ 32 ਅਧਿਆਏ ਨੂੰ ਜਦੋਂ ਅਸੀਂ ਪੜ੍ਹਦੇ ਹਾਂ 32 ਅਧਿਆਏ ਨੂੰ ਅਸੀਂ ਪੜ੍ਹ ਕੇ ਵੇਖਦੇ ਹਾਂ ਉਹਦੀ 15 ਨੂੰ ਪੜ੍ਹੀਏ ਅਤੇ 30 ਸੂਈਆਂ ਹੋਈਆਂ ਭਾਈ ਉਸੇ ਰਾਤ ਉੱਠਿਆ और अपने दो तीवियां और दो गोलियां और 11 पुत्रां ਨੂੰ ਲੈ ਕੇ ਜਬੋਕ ਦੇ ਪਤਨ ਤੋਂ ਪਾਰ ਲੰਘਿਆ ਤਾਂ ਉਸਨੇ ਉਹਨਾਂ ਨੂੰ ਲੈ ਕੇ ਨਾਲੇ ਤੋਂ ਪਾਰ ਲੰਘਾਇਆ ਔਰ ਜੋ ਉਸਦੇ ਕੋਲ ਸੀ ਪਾਰ ਲੰਘਾ ਦਿੱਤਾ
ਤਾਂ ਯਾਕੂਬ ਇਕੱਲਾ ਰਹਿ ਗਿਆ ਔਰ ਉਸ ਦੇ ਨਾਲ ਇੱਕ ਮਨੁੱਖ ਦਿਨ ਦੇ ਚੜਾਓ ਤੇ ਘੁਲਦਾ ਰਿਹਾ। ਯਾਕੂਬ ਇਕੱਲਾ ਸੀ ਤਾਂ ਉਹ ਕੀ ਕਰਦਾ ਸੀ ਤੇ ਕਿੰਨਾ ਕੁ ਘੁਲਦਾ ਰਿਹਾ ਕਿਹਦੇ ਨਾਲ? ਪਰਮੇਸ਼ਵਰ ਦੇ ਦੂਤ ਦੇ ਨਾਲ ਸਾਰੀ ਰਾਤ ਜਿਹੜਾ ਘੁਲਦਾ। ਯਾਕੂਬ ਜਿਹੜਾ ਸੀਗਾ ਉਹਦੇ ਨਾਲ ਸਾਰੀ ਰਾਤ ਕੀ ਪਰਮੇਸ਼ਵਰ ਦੇ ਦੂਤ ਨਾਲ ਕੀ ਕਰਦਾ ਹੈ? ਘੁਲਦਾ ਹੀ ਰਿਹਾ ਹੈ। ਹਾਂ, ਤਾਂ ਜਦ ਉਸ ਵੇਖਿਆ, ਜਦੋਂ ਉਸਨੇ ਇਹ ਗੱਲ ਨੂੰ ਵੇਖਿਆ ਮੈਂ ਇਸ ਨੂੰ ਜਿੱਤ ਨਹੀਂ ਸਕਦਾ, ਮੈਂ ਇਸ ਨੂੰ ਜਿੱਤ ਨਹੀਂ ਸਕਦਾ, ਤਾਂ ਉਸਦੇ ਪੱਟ ਦੇ ਜੋੜ ਨੂੰ ਹੱਥ ਲਾ ਦਿੱਤਾ। ਉਸ ਦੇ ਪੱਟ ਦੇ ਜੋੜ ਨੂੰ ਹੱਥ ਲਾ ਦਿੱਤਾ। ਔਰ ਯਾਕੂਬ ਦੇ ਪੱਟ ਦਾ ਜੋੜ ਉਸ ਦੇ ਨਾਲ ਘੁਲਣ ਦੇ ਘਰ ਨਿਕਲ ਗਿਆ। ਹਾਂਜੀ, ਅੱਗੇ ਤਾਂ ਉਸ ਆਖਿਆ, ਹਾਂਜੀ, ਮੈਨੂੰ ਜਾਣ ਦੇ, ਕਿਉਂ ਜੋ ਦਿਨ ਚੜ ਗਿਆ ਹੈ। ਉਹਨੇ ਆਖਿਆ ਮੈਨੂੰ ਜਾਣ ਦੇ, ਕਿਉਂ ਜੋ ਦਿਨ ਜਿਹੜਾ ਏ ਉਹ ਚੜ ਗਿਆ ਹੈ। ਉਸ ਆਖਿਆ, ਮੈਂ ਤੈਨੂੰ ਨਹੀਂ ਜਾਣ ਦਿਆਂਗਾ, ਮੈਂ ਤੈਨੂੰ ਨਹੀਂ ਜਾਣ ਦਿਆਂਗਾ ਜਦ ਤੱਕ ਤੂੰ ਮੈਨੂੰ ਬਰਕਤ ਨਾ ਦੇਵੇਂ, ਜਦ ਤੱਕ ਤੂੰ ਮੈਨੂੰ ਬਰਕਤ ਨਾ ਦੇਵੇਂ। ਹਾਲੇਲੂਇਆ, ਹਾਲੇਲੂਇਆ। ਯਾਕੂਬ ਨੇ ਪੂਰਾ ਕੋਲ ਕੀਤਾ ਹੈ, ਉਹ ਪੂਰੀ ਜੰਗ ਨੂੰ ਲੜਿਆ ਹੈ, ਹਾਰਿਆ ਨਹੀਂ ਹੈ, ਉਹਨੇ ਹਾਰ ਨਹੀਂ ਮੰਨੀ। ਉਹਨੇ ਸਿਰਫ ਇੱਕ ਹੀ ਗੱਲ ਕਹੀ ਕਿ ਜਿੰਨੀ ਦੇਰ ਤੱਕ ਤੂੰ ਮੈਨੂੰ ਬਰਕਤ ਨਹੀਂ ਦੇਵੇਗਾ ਉਨੀ ਦੇਰ ਤੱਕ ਮੈਂ ਤੈਨੂੰ ਨਹੀਂ ਛੱਡਾਂਗਾ। ਜਿੰਨੀ ਦੇਰ ਤੱਕ ਤੂੰ ਮੈਨੂੰ ਬਰਕਤ ਨਹੀਂ ਦੇਵੇਗਾ ਉਨੀ ਦੇਰ ਤੱਕ ਮੈਂ ਤੈਨੂੰ ਛੱਡਾਂਗਾ ਨਹੀਂ ਹੈ। ਤਾਂ ਉਹਨੂੰ ਆਖਿਆ, ਤੇਰਾ ਨਾਮ ਕੀ ਹੈ? ਤੇਰਾ ਨਾਮ ਕੀ ਹੈ? ਉਸ ਆਖਿਆ, ਉਹਨੇ ਆਖਿਆ ਯਾਕੂਬ। ਮੇਰਾ ਨਾਮ ਯਾਕੂਬ ਹੈ। ਉਸ ਆਖਿਆ, ਉਹਨੇ ਆਖਿਆ ਤੇਰਾ ਨਾਮ ਹੁਣ ਤੋਂ ਯਾਕੂਬ ਨਹੀਂ ਆਖਿਆ ਜਾਵੇਗਾ, ਸਗੋਂ ਇਸਰਾਏਲ, ਕਿਉਂ ਜੋ ਤੂੰ ਪਰਮੇਸ਼ਰ ਅਤੇ ਮਨੁੱਖਾਂ ਨਾਲ ਯੁੱਧ ਕਰਕੇ ਜਿੱਤ ਗਿਆ ਹੈ। ਹਾਲੇਲੂਇਆ, 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 ਹਾਲੇਲੂਇਆ। ਕਿਹਦੇ ਨਾਲ ਜਿੱਤਿਆ ਹੈ? ਮਨੁੱਖਾਂ ਨਾਲ ਤੇ ਪਰਮੇਸ਼ਰ ਨਾਲ ਯੁੱਧ ਕਰਕੇ ਜਿੱਤ ਗਿਆ ਹੈ। ਤੇ ਤੇਰਾ ਨਾਮ ਅੱਜ ਤੋਂ ਯਾਕੂਬ ਨਹੀਂ ਹੈ, ਤੇਰਾ ਨਾਮ ਕੀ ਹੋਵੇਗਾ? ਇਸਰਾਏਲ। ਇਸਰਾਏਲ ਹੋਵੇਗਾ ਤੇਰਾ ਨਾਮ ਜਿਹੜਾ ਹੈ। ਯਾਕੂਬ ਕਿਉਂ ਨਾਮ ਬਦਲਿਆ? ਪਰਮੇਸ਼ਰ ਨੇ ਉਹਦੇ ਨਾਮ ਨੂੰ ਕਿਉਂ ਬਦਲਿਆ? ਕਿਉਂਕਿ ਯਾਕੂਬ ਦੇ ਜੀਵਨ ਦੇ ਵਿੱਚ ਪਹਿਲੀ ਗੱਲ, ਯਾਕੂਬ ਦਾ ਮਤਲਬ ਹੈ ਧੋਖੇਬਾਜ਼। ਅੱਜ ਬਹੁਤ ਸਾਰੇ ਲੋਕ ਨੇ ਉਹ ਧੋਖਾ ਕਰਦੇ ਨੇ ਤੇ ਪ੍ਰਭੂ ਜਿਹੜਾ ਧੋਖੇਬਾਜ਼ ਨੂੰ ਬਰਕਤ ਨਹੀਂ ਦਿੰਦਾ। ਜਿਹੜਾ ਬੁਰੇ ਕੰਮ ਕਰਦਾ ਹੈ ਉਹਨੂੰ ਬਰਕਤ ਨਹੀਂ ਦਿੰਦਾ। ਜਿੰਨੀ ਦੇਰ ਤੱਕ ਉਹ ਜਿਹੜਾ ਚੰਗਾ ਹੋ ਜਾਂਦਾ, ਜਿੰਨੀ ਦੇਰ ਤੱਕ ਆਪਣੀ ਬੁਰਾਈ ਨੂੰ ਛੱਡਦਾ ਹੋ, ਜਿੰਨੀ ਦੇਰ ਤੱਕ ਉਹ ਆਪਣੀ ਬੁਰਾਈ ਨੂੰ ਨਹੀਂ ਛੱਡਦਾ ਹੈ ਉਨੀ ਦੇਰ ਤੱਕ ਉਹਨੂੰ ਬਰਕਤ ਮਿਲਦੀ ਨਹੀਂ ਹੈ। ਯਾਕੂਬ ਘੁਲਦਾ ਰਿਹਾ, ਪੂਰੀ ਰਾਤ ਘੁਲਦਾ ਰਿਹਾ, ਕਹਿੰਦਾ ਮੈਂ ਬਰਕਤ ਲੈਣੀ ਹੈ। ਤੇ ਪਰਮੇਸ਼ਰ ਨੂੰ, ਦੂਤ ਨੂੰ ਪਤਾ ਸੀ ਕਿ ਤੈਨੂੰ ਬਰਕਤ ਮੈਂ ਨਹੀਂ ਦੇ ਸਕਦਾ, ਕਿਉਂਕਿ ਤੇਰਾ ਨਾਮ ਦਾ ਮਤਲਬ ਇਹ ਹੈ ਕਿ ਤੂੰ ਤੇ ਧੋਖੇਬਾਜ਼ ਹੈ, ਤੂੰ ਤੇ ਧੋਖਾ ਕੀਤਾ ਹੈ, ਤੂੰ ਆਪਣੇ ਭਰਾ ਨਾਲ ਧੋਖਾ ਕੀਤਾ ਹੈ, ਤੂੰ ਤੇ ਜਿਹੜਾ ਧੋਖੇਬਾਜ਼ ਹੈ ਕਰਕੇ ਤੈਨੂੰ ਬਰਕਤ ਨਹੀਂ ਮਿਲ ਸਕਦੀ। ਜਦ ਤੇਰਾ ਨਾਮ ਤਾਂ ਸਾਡਾ ਕੀ ਹੈ? ਮੇਰਾ ਨਾਮ ਯਾਕੂਬ ਹੈ। ਪਰਮੇਸ਼ਰ ਨੇ ਕਿਹਾ ਤੈਨੂੰ ਬਰਕਤ ਨਹੀਂ ਮਿਲ ਸਕਦੀ। ਕੀ ਅੱਜ ਪਰਮੇਸ਼ਰ ਬਰਕਤ ਕਿਹਨਾਂ ਨੂੰ ਦਿੰਦਾ ਹੈ? ਕਿਹਨਾਂ ਨੂੰ ਬਰਕਤ ਦਿੰਦਾ ਹੈ? ਜਿਨ੍ਹਾਂ ਦੇ ਜੀਵਨ ਵਿੱਚ ਬੁਰਾਈ ਨਹੀਂ ਹੈ। ਅਸੀਂ ਪਹਿਲਾਂ ਆਪਣੀ ਬੁਰਾਈ ਨੂੰ ਕੱਢਣਾ ਹੈ। ਇਹਨਾਂ ਦਿਨਾਂ ਵਿੱਚ ਬੈਠ ਕੇ ਅਸੀਂ ਪ੍ਰਾਰਥਨਾ ਕੀਤੀਆਂ, ਬੇਨਤੀਆਂ ਕੀਤੀਆਂ ਤੇ ਸਾਰੀ ਬੁਰਾਈ ਨੂੰ ਕੀ ਕੀਤਾ? ਆਪਣੇ ਜੀਵਨ ਦੇ ਵਿੱਚੋਂ ਕੱਢ ਦਿੱਤਾ ਹੈ। ਅਸੀਂ ਪੂਰਾ ਕੋਲ ਕੀਤਾ, ਲਗਾਤਾਰ ਅਸੀਂ ਕੀ ਕੀਤਾ ਹੈ? ਪਰਮੇਸ਼ਰ ਦੀ ਹਜ਼ੂਰੀ ਵਿੱਚ ਆਏ ਹਾਂ। ਸਵੇਰੇ ਵੀ ਆਏ, ਸ਼ਾਮ ਨੂੰ ਵੀ ਆਏ, ਰਾਤ ਦੀ ਆਰਾਧਨਾ ਸੀ, ਰਾਤ ਦੀ ਬੰਦਗੀ ਵਿੱਚ ਵੀ ਅਸੀਂ ਆਏ। ਤਾਂ ਫਿਰ ਅਸੀਂ ਕੀ ਕੀਤਾ? ਪੂਰਾ ਕੋਲ ਕੀਤਾ ਹੈ। ਅਸੀਂ ਪੂਰੀ ਜੰਗ ਨੂੰ ਲੜਿਆ ਹੈ ਤੇ ਪ੍ਰਭੂ ਨੇ ਕੀ ਕੀਤਾ ਹੈ? ਸਾਡੇ ਵਿੱਚੋਂ ਹਰ ਇੱਕ ਤਰ੍ਹਾਂ ਦੀ ਬੁਰਾਈ ਨੂੰ ਕੱਢ ਕੇ ਤੇ ਸਾਨੂੰ ਆਪਣੀ ਬਰਕਤ ਨਾਲ ਕੀ ਕਰ ਦਿੱਤਾ? ਭਰਪੂਰ ਕਰ ਦਿੱਤਾ ਹੈ। ਹਾਲੇਲੂਇਆ, ਹਾਲੇਲੂਇਆ। ਆਪਣੀ ਬਰਕਤ ਨਾਲ ਸਾਨੂੰ ਭਰਪੂਰ ਕੀਤਾ ਹੈ, ਆਪਣੀ ਸਾਮਰਥ ਨਾਲ ਸਾਨੂੰ ਭਰਪੂਰ ਕੀਤਾ ਹੈ, ਆਪਣੇ ਬਚਨ ਦੇ ਨਾਲ ਸਾਨੂੰ ਭਰਪੂਰ ਕੀਤਾ ਹੈ, ਆਪਣੀ ਬਾਣੀ ਦੇ ਨਾਲ ਸਾਨੂੰ ਸ਼ੁੱਧ ਕਰ ਦਿੱਤਾ ਹੈ। ਅੱਜ ਸਾਨੂੰ ਕੀ ਕਰ ਦਿੱਤਾ ਹੈ? ਸ਼ੁੱਧ ਕਰ ਦਿੱਤਾ ਹੈ, ਕਿਉਂਕਿ ਅਸੀਂ ਯਿਸੂ ਮਸੀਹ ਦੇ ਲਹੂ ਦੇ ਵਿੱਚ ਰੰਗੇ ਹੋਏ ਹਾਂ। ਅਸੀਂ ਲਗਾਤਾਰ ਕੋਡ ਸੀ, ਇੱਕ ਸਾਡਾ ਕੋਡ ਸੀ, ਲੇਕਿਨ ਚੇਤਨਾ ਉਹੀ ਹੈ ਜਿਹੜਾ ਐਂਡ ਤੱਕ ਰਹਿੰਦਾ ਹੈ।
ਜੇਤੋਂ ਹੀ ਪ੍ਰਾਪਤ ਕਰਦਾ, ਜਿਹੜਾ ਐਂਡ ਤੱਕ ਰਹਿੰਦਾ ਹੈ, ਜਿਹੜਾ ਅਖੀਰ ਤੱਕ ਰਹਿੰਦਾ ਹੈ। ਬਚਨ ਕਹਿੰਦਾ ਹੈ ਜੇਕਰ ਤੂੰ ਅਖਾੜੇ ਵਿੱਚ ਖੇਡੇ ਤੇ ਜੇਕਰ ਤੂੰ ਚੰਗੀ ਤਰ੍ਹਾਂ ਨਹੀਂ ਖੇਡੇਗਾ ਜੇ ਤੂੰ ਤੇ ਫਿਰ ਤੂੰ ਮੁਕਤ ਲੈ ਸਕਦਾ ਨਹੀਂ। ਅਸੀਂ ਸਾਡਾ ਅਖਾੜਾ ਸੀ, ਇੱਕ ਪਰਮੇਸ਼ਵਰ ਦੇ ਨਾਲ ਸਾਡਾ ਜਿਹੜਾ ਸੀਗਾ ਇੱਕ ਬਹੁਤ ਵੱਡੀ ਇੱਕ ਜੰਗ ਸੀਗੀ। ਇਹ ਪ੍ਰਾਰਥਨਾ ਸਾਡੀ ਲਗਾਤਾਰ ਚੱਲ ਰਹੀ ਸੀ ਤੇ ਪ੍ਰਭੂ ਨੇ ਸਾਨੂੰ ਬਰਕਤ ਦੇ ਦਿੱਤੀ ਹੈ। ਜਿਸ ਕਰਕੇ ਵਚਨ ਦੇ ਵਿੱਚ ਲਿਖਿਆ ਜੋ ਅਸੀਂ ਪੜ੍ਹ ਰਹੇ ਹਾਂ, ਅੱਜ ਦੇ ਵਚਨ ਜੋ ਅਸੀਂ ਪੜ੍ਹ ਰਹੇ ਹਾਂ ਤੇ ਵਚਨ ਕੀ ਕਹਿੰਦਾ ਹੈ? ਹੋਰ ਵੀ ਜੋ ਅਸੀਂ ਪੜ੍ਹ ਰਹੇ ਹਾਂ ਪ੍ਰਕਾਸ਼ ਦੀ ਪੋਥੀ 3 ਅਧਿਆਏ ਉਹਦੀ 11 ਅੰਕ ਵਿੱਚ ਇਸ ਤਰੀਕੇ ਨਾਲ ਲਿਖਿਆ ਹੋਇਆ ਹੈ, ਮੈਂ ਛੇਤੀ ਆਉਂਦਾ ਹਾਂ, ਮੈਂ ਛੇਤੀ ਆਉਂਦਾ ਵਾਂ, ਜੋ ਕੁਝ ਤੇਰੇ ਕੋਲ ਹੈ, ਜੋ ਕੁਝ ਤੇਰੇ ਕੋਲ ਹੈ ਉਹ ਕੜਾਈ ਨਾਲ ਫੜੀ ਰੱਖ, ਉਹਨੂੰ ਕੜਾਈ ਦੇ ਨਾਲ ਫੜੀ ਰੱਖ। ਅਸੀਂ ਕੀ ਕਰਨਾ ਹੈ? ਉਹਨੇ ਇਹਨੂੰ ਫੜ ਕੇ ਰੱਖਣਾ ਹੈ। ਜਿਹੜੀ ਬਰਕਤ ਪਰਮੇਸ਼ਵਰ ਨੇ ਸਾਨੂੰ ਦਿੱਤੀ ਹੈ, ਜਿਹੜੀ ਆਸ਼ੀਸ਼ ਸਾਨੂੰ ਪਰਮੇਸ਼ਵਰ ਨੇ ਦਿੱਤੀ ਹੈ, ਉਹਨੂੰ ਅਸੀਂ ਟੁਕੜਾਈ ਨਾਲ ਫੜ ਕੇ ਰੱਖਣਾ ਹੈ, ਕਿਤੇ ਸਾਡਾ ਮੁਕਟ ਕੋਈ ਹੋਰ ਨਾ ਲੈ ਜਾਵੇ, ਸਾਡਾ ਮੁਕਟ ਕੋਈ ਹੋਰ ਨਾ ਲੈ ਜਾਵੇ। ਅਸੀਂ ਉਸ ਮੁਕਟ ਨੂੰ ਵੀ ਲੈਣਾ ਹੈ, ਅਸੀਂ ਉਸ ਮੁਕਟ ਨੂੰ ਲੈਣਾ ਹੈ, ਅਸੀਂ ਉਸ ਮੁਕਟ ਨੂੰ ਪਾਉਣਾ ਹੈ। ਅਸੀਂ ਜਿਹੜਾ ਉਸ ਮੁਕਟ ਨੂੰ ਪਾਉਣਾ ਹੈ, ਅਸੀਂ ਉਸ ਮੁਕਟ ਨੂੰ ਲੈਣਾ ਹੈ। ਪ੍ਰਭੂ ਨੇ ਸਾਨੂੰ ਦਿੱਤਾ ਹੈ, ਸਾਡੇ ਵਾਸਤੇ ਰੱਖਿਆ ਹੈ, ਫਿਰ ਅਸੀਂ ਉਹਨੂੰ ਗਵਾਉਣਾ ਨਹੀਂ ਹੈ। ਉਸ ਮੁਕਟ ਨੂੰ ਅਸੀਂ ਗਵਾਉਣਾ ਨਹੀਂ ਹੈ। ਟੁਕੜਾਈ ਦੇ ਨਾਲ ਫੜੀ ਰੱਖਣਾ ਹੈ, ਟੁਕੜਾਈ ਦੇ ਨਾਲ ਫੜੀ ਰੱਖਣਾ ਹੈ, ਛੱਡਣਾ ਨਹੀਂ ਹੈ। ਇਹ ਸਾਡੀ ਵੀ ਗਵਾਹੀ ਜਿਹੜੀ ਆ ਜੀਵਨ ਦੇ ਵਿੱਚ ਵੱਡੇ ਵੱਡੇ ਕੰਮਾਂ ਨੂੰ ਕਰੇਗੀ। ਫਿਰ ਜਿਸ ਤਰ੍ਹਾਂ ਪਰਮੇਸ਼ਵਰ ਨੇ ਅਸਤਰ ਦੀ ਪ੍ਰਾਰਥਨਾ ਨੂੰ ਸੁਣਿਆ ਤੇ ਰਾਜੇ ਦੇ ਜੀਵਨ ਨੂੰ ਜਿਹੜਾ ਸੀ ਬਦਲ ਦਿੱਤਾ। ਰਾਜੇ ਦੇ ਜੀਵਨ ਨੂੰ ਕੀ ਕੀਤਾ? ਪਰਮੇਸ਼ਵਰ ਨੇ ਬਦਲ ਦਿੱਤਾ। ਅੱਜ ਪਰਮੇਸ਼ਵਰ ਨੇ ਸਾਨੂੰ ਵੀ ਇਹੀ ਬਰਕਤ ਦਿੱਤੀ ਹੈ। ਅੱਜ ਪਰਮੇਸ਼ਵਰ ਨੇ ਸਾਨੂੰ ਵੀ ਇਹੀ ਤਾਕਤ ਦਿੱਤੀ ਹੈ। ਅੱਜ ਪਰਮੇਸ਼ਵਰ ਨੇ ਇਹੋ ਸਾਨੂੰ ਸ਼ਕਤੀ ਦਿੱਤੀ ਹੈ। ਇਹੀ ਪਰਮੇਸ਼ਵਰ ਨੇ ਸਾਨੂੰ ਅੱਜ ਸਾਮਰਥ ਦਿੱਤੀ ਹੋਈ ਹੈ। ਵਚਨ ਕਹਿੰਦਾ ਹੈ ਰਾਜੇ ਵੀ ਜਿਹੜੇ ਤੁਹਾਡੇ ਅਧੀਨ ਹੋ ਜਾਣਗੇ। ਜਦ ਚਿਰਮੀਆਂ ਤੁਸੀਂ ਪੜ੍ਹ ਕੇ ਵੇਖਦੇ ਆ, ਜਦ ਅਸੀਂ ਚਿਰਮੀਆਂ ਨੂੰ ਪੜ੍ਹ ਕੇ ਵੇਖਦੇ ਆ, ਚਿਰਮੀਆਂ ਦੇ ਵਿੱਚ ਲਿਖਿਆ ਹੈ 13 ਅਧਿਆਏ ਉਹਦੀ 18 ਵਿੱਚ ਲਿਖਿਆ ਹੈ ਚਿਰਮੀਆਂ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਵੇਖਦੇ ਆ। ਚਿਰਮੀਆਂ ਪਾਤਸ਼ਾਹ ਤੇ ਰਾਣੀ ਨੂੰ ਆਖ, ਪਾਤਸ਼ਾਹ ਤੇ ਰਾਣੀ ਨੂੰ ਆਖ ਹੇਠਾਂ ਬੈਠੋ। ਵਚਨ ਕੀ ਕਹਿੰਦਾ ਹੈ? ਪਾਤਸ਼ਾਹ ਤੇ ਰਾਣੀ ਨੂੰ ਕਹਿ ਦੇ ਤੂੰ ਕੀ ਕਰੇ? ਥੱਲੇ ਬੈਠ ਜਾ, ਆਪਣੀ ਸਾਹੀ ਕੁਰਸੀ ਲਾ ਦੇ ਔਰ ਤੋਂ ਥੱਲੇ ਆ ਜਾ, ਕਿਉਂ ਜੋ ਤੁਹਾਡਾ ਸੋਹਣਾ ਮੁਕਟ ਤੁਹਾਡੇ ਸਿਰ ਤੋਂ ਹੇਠਾਂ ਡਿੱਗ ਪਿਆ ਹੈ। ਤੁਹਾਡਾ ਸੋਹਣਾ ਮੁਕਟ ਜਿਹੜਾ ਹੈ ਤੁਹਾਡੇ ਸਿਰ ਤੋਂ ਹੇਠਾਂ ਡਿੱਗੀ ਪਿਆ ਹੈ। ਜਿਨ੍ਹਾਂ ਨੇ ਮੁਕਟ ਨੂੰ ਨਹੀਂ ਸਾਂਭਿਆ, ਮੁਕਟ ਪਰਮੇਸ਼ਵਰ ਸਾਨੂੰ ਦੇ ਰਿਹਾ ਹੈ। ਅਸੀਂ ਉਸ ਬਰਕਤ ਨੂੰ ਲਿਆ ਹੈ, ਪਰਮੇਸ਼ਵਰ ਨੇ ਸਾਨੂੰ ਬਰਕਤ ਦਿੱਤੀ ਹੈ। ਫਿਰ ਕਿਤੇ ਅਸੀਂ ਆਪਣੇ ਮੁਕਟ ਨੂੰ ਗਵਾਉਣਾ ਨਹੀਂ ਹੈ। ਅਸੀਂ ਆਪਣੀ ਤਾਕਤ ਨੂੰ ਗਵਾਉਣਾ ਨਹੀਂ ਹੈ, ਅਸੀਂ ਆਪਣੀ ਸਾਮਰਥ ਨੂੰ ਗਵਾਉਣਾ ਨਹੀਂ ਹੈ, ਅਸੀਂ ਆਪਣੀ ਸ਼ਕਤੀ ਨੂੰ ਗਵਾਉਣਾ ਨਹੀਂ ਹੈ। ਪਰਮੇਸ਼ਵਰ ਨੇ ਜਿਹੜੀ ਸਾਨੂੰ ਸ਼ਕਤੀ ਦਿੱਤੀ ਹੈ ਉਹਨੂੰ ਬੜੀ ਟੁਕੜਾਈ ਦੇ ਨਾਲ ਅਸੀਂ ਫੜੀ ਰੱਖਣਾ ਹੈ। ਅੱਜ ਲਿਖਿਆ ਹੈ ਕਿਉਂ ਜੋ ਤੁਹਾਡਾ ਸੋਹਣਾ ਮੁਕਟ ਤੁਹਾਡੇ ਸਿਰ ਤੋਂ ਹੇਠਾਂ ਡਿੱਗ ਪਿਆ ਹੈ। ਤੁਹਾਡਾ ਸੋਹਣਾ ਮੁਕਟ ਆ ਤੁਹਾਡੇ ਤੋਂ ਥੱਲੇ ਡਿੱਗ ਪਿਆ ਹੈ। ਦੱਖਣ ਦੇ ਸ਼ਹਿਰ ਬੰਦ ਹੋ ਗਏ, ਹਾਂ, ਉਹਨਾਂ ਨੂੰ ਖੋਲਣ ਵਾਲਾ ਕੋਈ ਨਹੀਂ, ਉਹਨਾਂ ਨੂੰ ਖੋਲਣ ਵਾਲਾ ਕੋਈ ਨਹੀਂ ਹੈ। ਯੂਦਾ ਅਸੀਰ ਹੋ ਗਿਆ। ਹਾਂ, ਸਾਰੇ ਕੇ ਥਾਂਟੀਆਂ ਦੇ ਵੀ ਜਿਹੜੇ ਮੁਕਟ ਡਿੱਗ ਪੈਣਗੇ, ਪਰ ਅਸੀਂ ਸਾਨੂੰ ਜਿਹੜਾ ਪਰਮੇਸ਼ਰ ਮੁਕਟ ਦੇਵੇਗਾ ਉਹ ਕਦੇ ਮੁਕਟ ਡਿੱਗਣ ਵਾਲਾ ਨਹੀਂ ਹੈ। ਉਹ ਮੁਕਟ ਜਿਹੜਾ ਕਦੇ ਡਿੱਗਣ ਵਾਲਾ ਨਹੀਂ ਹੈ। ਜਿਹੜਾ ਮੁਕਟ ਸਾਨੂੰ ਪਰਮੇਸ਼ਰ ਦੇ ਰਿਹਾ ਹੈ ਉਹ ਮੁਕਟ ਡਿੱਗਣ ਵਾਲਾ ਨਹੀਂ ਹੈ। ਤੁਸੀਂ ਵੇਖਦੇ ਆ ਰਾਜਿਆਂ ਦੇ ਬਾਰੇ ਪੜ੍ਹ ਕੇ ਵੇਖਦੇ ਤਾਂ ਮੁਕਟ ਮਿਲਦਾ ਹੈ ਕੁਝ ਸਮੇਂ ਵਾਸਤੇ, ਕੁਝ ਸਮੇਂ ਵਾਸਤੇ ਉਹਨੂੰ ਕੀ ਮਿਲ ਜਾਂਦਾ? ਮੁਕਟ ਮਿਲ ਜਾਂਦਾ ਹੈ। ਥੋੜੇ ਸਮੇਂ ਬਾਅਦ ਉਹਨਾਂ ਦੀ ਇੱਕ ਨਿਯੁਕਤੀ ਹੁੰਦੀ ਹੈ ਕਿ ਇੰਨੀ ਤਰੀਕ ਨੂੰ ਤੁਹਾਡਾ ਮੁਕਟ ਜਿਹੜਾ ਖਤਮ ਹੋ ਜਾਵੇਗਾ ਤੇ ਪਤਾ ਨਹੀਂ ਕਿਹਦੇ ਉੱਪਰ ਆ ਜਾਵੇਗਾ। ਪਰ ਜਿਹੜਾ ਮੁਕਟ ਸਾਨੂੰ ਪਰਮੇਸ਼ਵਰ ਦਿੱਤਾ ਹੈ, ਜਿਹੜੀ ਬਰਕਤ ਸਾਨੂੰ ਪਰਮੇਸ਼ਵਰ ਨੇ ਦਿੱਤੀ ਹੈ, ਅੰਤ ਤੋੜੀ ਸਾਡੇ ਨਾਲ ਜਾਵੇਗੀ। ਹਾਲੇਲੂਇਆ, ਹਾਲੇਲੂਇਆ। ਇਹ ਮੁਕਟ ਡਿੱਗਣ ਵਾਲਾ ਨਹੀਂ ਹੈ, ਪਰ ਸਾਨੂੰ ਸਿਰਫ ਲੋੜ ਹੈ ਅਸੀਂ ਟੁਕੜਾਈ ਨਾਲ ਫੜੀ ਰੱਖੀਏ। ਸਾਨੂੰ ਸਿਰਫ ਇੰਨੀ ਲੋੜ ਹੈ ਟੁਕੜਾਈ ਨਾਲ ਫੜੀ ਰੱਖੀਏ।
ਫੜੀ ਰੱਖਣਾ ਹੈ। ਪਰਮੇਸ਼ਵਰ ਸਾਨੂੰ ਆਨੰਦ ਵਾਲਾ ਮੁਕਟ ਦਿੰਦਾ ਹੈ। ਸ਼ਾਇਦ ਅਸੀਂ ਥਸਲਨੀਕੀਆਂ ਪੜ੍ਹ ਕੇ ਵੇਖਦੇ ਹਾਂ, ਪਹਿਲਾ ਥਸਲਨੀਕੀਆਂ 2 ਅਧਿਆਏ और 19 ਤੇ 20 ਦੇ ਤਰੀਕੇ ਨਾਲ ਲਿਖਿਆ ਹੋਇਆ ਹੈ। ਸਾਡੀ ਆਸ ਜਾਂ ਆਨੰਦ, ਸਾਡੀ ਆਸ ਤੇ ਸਾਡਾ ਆਨੰਦ ਜਾਂ ਬਿਮਾਨ ਦਾ ਮੁਕਤ ਕੌਣ ਹੈ? ਬਿਮਾਨ ਦਾ ਮੁਕਤ ਜਿਹੜਾ ਹੈ ਕੌਣ ਹੈ? ਕੌਣ ਹੈ ਸਾਡਾ ਮੁਕਤ? ਪ੍ਰਭੂ ਯਿਸੂ। ਹਾਲੇਲੂਇਆ, ਹਾਲੇਲੂਇਆ। ਸਾਡੇ ਆਨੰਦ ਦਾ ਮੁਕਟ। ਦੁਬਾਰਾ ਪੜ੍ਹੀਏ। ਸਾਡੀ ਆਸ, ਸਾਡੀ ਕਿਹੜਾ ਮੁਕਤ ਹੈ? ਸਾਡੀ ਆਸ ਜਾਂ ਆਨੰਦ ਜਾਂ ਬਿਮਾਨ ਦਾ ਮੁਕਤ ਕੌਣ ਹੈ? ਬਿਮਾਨ ਦਾ ਮੁਕਤ ਕੌਣ ਹੈ? ਭਲਾ ਸਾਡੇ ਪ੍ਰਭੂ ਯਿਸੂ ਅੱਗੇ, ਸਾਡੇ ਪ੍ਰਭੂ ਯਿਸੂ ਮਸੀਹ ਦੇ ਅੱਗੇ, ਉਹਦੇ ਆਉਣ ਦੇ ਵੇਲੇ ਤੁਸੀਂ ਨਹੀਂ ਹੋਵੋਗੇ। ਉਹਦੇ ਆਉਣ ਦੇ ਅੱਗੇ ਤੁਸੀਂ ਨਹੀਂ ਹੋਵੋਗੇ। ਬੱਚੇ ਕਹਿੰਦਾ ਮੈਂ ਛੇਤੀ ਆਉਂਦਾ ਤੇ ਫਲ ਤੇ ਮੇਰੇ ਕੋਲ ਹੈ। ਸਾਨੂੰ ਉਹਨੇ ਆਨੰਦ ਵਾਲਾ ਤੇ ਸ਼ਾਂਤੀ ਵਾਲਾ ਤੇ ਪ੍ਰੇਮ ਵਾਲਾ ਤੇ ਆਸ ਵਾਲਾ ਮੁਕਟ ਦਿੱਤਾ ਹੈ ਕਿ ਪ੍ਰਭੂ ਯਿਸੂ ਮਸੀਹ ਸਾਡਾ ਆਉਣ ਵਾਲਾ ਹੈ। ਅਸੀਂ ਉਹਨੂੰ ਐਂਡ ਤੱਕ ਫੜੀ ਰੱਖਣਾ ਹੈ। ਅਸੀਂ ਐਂਡ ਤੱਕ ਇਸ ਮੁਕਟ ਨੂੰ ਗਵਾਉਣਾ ਨਹੀਂ ਹੈ। ਇਹ ਸਾਡਾ ਅਰਮਾਨ ਹੈ। ਇਹ ਇੱਕ ਸਾਡੀ ਸੋਚ ਹੈ। ਇਹ ਇੱਕ ਸਾਡੀ ਆਸ ਹੈ। ਇਹੀ ਪਰਮੇਸ਼ਵਰ ਦਾ ਵਚਨ ਸਾਨੂੰ ਤਸੱਲੀਆਂ ਦਿੰਦਾ ਹੈ ਕਿ ਤੁਸੀਂ ਆਪਣੇ ਮੁਕਟ ਨੂੰ ਗਵਾਉਣਾ ਨਹੀਂ ਹੈ, ਕਿਉਂਕਿ ਮੈਂ ਛੇਤੀ ਆਉਣ ਵਾਲਾ ਹਾਂ, ਮੈਂ ਜਲਦੀ ਆਉਣ ਵਾਲਾ ਹਾਂ। ਤੇ ਪਰਮੇਸ਼ਵਰ ਨੇ ਇਹ ਸਾਨੂੰ ਜਿਹੜਾ ਮੁਕਟ ਦਿੱਤਾ ਹੈ, ਅਸੀਂ ਇਸ ਮੁਕਟ ਨੂੰ ਛੇਤੀ ਗਵਾਉਣਾ ਨਹੀਂ ਹੈ, ਜਿੰਨੇ ਤੱਕ ਆਉਂਦਾ ਨਹੀਂ ਹੈ। ਅਸੀਂ ਇਹਨੂੰ ਟੁਕੜਾਈ ਦੇ ਨਾਲ ਫੜੀ ਰੱਖਣਾ ਹੈ। ਇਹਨੂੰ ਅਸੀਂ ਟੁਕੜਾਈ ਦੇ ਨਾਲ ਹੀ ਫੜੀ ਰੱਖਣਾ ਹੈ। ਇਸ ਮੁਕਤ ਨੂੰ ਅਸੀਂ ਕਦੇ ਵੀ ਗਵਾਉਣਾ ਨਹੀਂ ਹੈ। ਪਰਮੇਸ਼ਵਰ ਦਾਸ ਜਗਤ ਲਿਖਦਾ ਜਲ ਪੜਾਂਗੇ ਪਹਿਲਾ ਦੂਸਰਾ ਤੀਮੋਥੀ 4 ਅਧਿਆਇ ਵੀ ਆਪਣੇ ਹੱਥੋਂ ਪੜਾਂਗੇ। ਦੂਸਰਾ ਤੀਮੋਥੀ ਹੁਣ ਤੋਂ ਧਰਮ ਦਾ ਮੁਕਟ ਮੇਰੇ ਲਈ ਰੱਖਿਆ ਹੋਇਆ ਹੈ। ਹੁਣ ਤੋਂ ਧਰਮ ਦਾ ਮੁਕਟ ਜਿਹੜਾ ਹੈ ਮੇਰੇ ਵਾਸਤੇ ਰੱਖਿਆ ਹੋਇਆ ਹੈ। ਜਿਹੜਾ ਪ੍ਰਭੂ ਜੋ ਧਰਮੀ ਨਿਆਈ ਹੈ, ਜਿਹੜਾ ਪ੍ਰਭੂ ਧਰਮੀ ਤੇ ਨਿਆਈ ਆਂਦਾ, ਉਸ ਪ੍ਰਭੂ ਨੇ ਮੇਰੇ ਵਾਸਤੇ ਮੁਕਟ ਨੂੰ ਰੱਖਿਆ ਹੋਇਆ ਹੈ। ਜਿਹੜਾ ਧਰਮੀ ਪ੍ਰਭੂ ਤੇ ਨਿਆਈ ਪਰਮੇਸ਼ਵਰ ਆਂਦਾ, ਉਹਨੇ ਮੇਰੇ ਵਾਸਤੇ ਇੱਕ ਮੁਕਟ ਜਿਹੜਾ ਹੈ ਉਹ ਰੱਖਿਆ ਹੋਇਆ ਹੈ। ਉਸ ਦਿਨ ਮੈਨੂੰ ਦੇਵੇਗਾ। ਉਸ ਦਿਨ ਮੈਨੂੰ ਜਿਹੜਾ ਉਹ ਦੇਵੇਗਾ, ਅਤੇ ਕੇਵਲ ਮੈਨੂੰ ਹੀ ਨਹੀਂ, ਉਹ ਮੈਨੂੰ ਹੀ ਨਹੀਂ ਸਗੋਂ ਉਹਨਾਂ ਸਭਨਾਂ ਨੂੰ ਵੀ ਜਿਨ੍ਹਾਂ ਨੇ ਉਹਦੇ ਪ੍ਰਕਾਸ਼ ਹੋਣ ਨੂੰ ਪਿਆਰਾ ਜਾਣਿਆ। ਜਿਨ੍ਹਾਂ ਨੇ ਉਹਦੇ ਪ੍ਰਕਾਸ਼ ਹੋਣ ਨੂੰ ਪਿਆਰਾ ਜਾਣਿਆ। ਹਾਲੇਲੂਇਆ। ਕੱਲਾ ਸੇਵਕਾਂ ਨੂੰ ਨਹੀਂ, ਕੱਲਾ ਇੱਕ ਜਾਣੇ ਨੂੰ ਨਹੀਂ, ਪਰ ਮੇਰਾ ਦਾਸ ਕਹਿੰਦਾ ਕੱਲਾ ਮੈਨੂੰ ਹੀ ਨਹੀਂ ਮੁਕਤ ਮਿਲਣ ਵਾਲਾ, ਉਹ ਮੁਕਤ ਤੁਹਾਨੂੰ ਸਭਨਾਂ ਨੂੰ ਮਿਲਣ ਵਾਲਾ ਹੈ। ਉਹ ਮੁਕਤ ਪ੍ਰਭੂ ਤੁਹਾਨੂੰ ਸਭਨਾਂ ਨੂੰ ਦੇਵੇਗਾ। ਹਾਲੇਲੂਇਆ। ਪ੍ਰਭੂ ਨੇ ਉਹ ਮੁਕਤ ਸਾਡੇ ਸਭਨਾਂ ਵਾਸਤੇ ਰੱਖਿਆ ਹੈ। ਅਸੀਂ ਉਸ ਮੁਕਤ ਨੂੰ ਲੈਣ ਵਾਸਤੇ ਇੱਥੇ ਬੈਠੇ ਹਾਂ। ਅਸੀਂ ਉਸ ਨਿਜਾਤ ਨੂੰ ਪਾਉਣ ਵਾਸਤੇ ਜਗ੍ਹਾ ਤੇ ਬੈਠੇ ਸਾਂ ਤੇ ਪ੍ਰਭੂ ਨੇ ਸਾਨੂੰ ਆਪਣੇ ਮੁਕਤ ਨਾਲ ਨਵਾਜਿਆ ਹੈ। ਹਾਲੇਲੂਇਆ। ਉਸ ਆਪਣੇ ਤਾਜਦਾਰ ਸਾਨੂੰ ਨਵਾਜਿਆ ਹੈ। ਪ੍ਰਭੂ ਨੇ ਸਾਨੂੰ ਉਹ ਬਰਕਤ ਦਿੱਤੀ ਹੈ, ਸਾਨੂੰ ਉਹ ਮੁਕਤ ਦਿੱਤਾ ਹੈ ਜਿਹੜਾ ਕਦੇ ਲੱਥਣ ਵਾਲਾ ਨਹੀਂ ਹੈ, ਜਿਹੜਾ ਕਦੀ ਲੱਥਣ ਵਾਲਾ ਨਹੀਂ ਹੈ। ਅੰਤ ਤੋੜੀ ਉਹ ਮੁਕਤ ਸਾਡੇ ਨਾਲ ਰਹੇਗਾ, ਪਰ ਅਸੀਂ ਉਸ ਨੂੰ ਟੁਕੜਾਈ ਦੇ ਨਾਲ ਫੜੀ ਰੱਖਣਾ ਹੈ। ਪਰ ਅਸੀਂ ਉਹਨੂੰ ਟੁਕੜਾਈ ਦੇ ਨਾਲ ਫੜੀ ਰੱਖਣਾ ਹੈ। ਉਸ ਮੁਕਤ ਨੂੰ ਅਸੀਂ ਗਵਾਉਣਾ ਨਹੀਂ ਹੈ। ਇਹ ਪ੍ਰਭੂ ਨੇ ਸਾਨੂੰ ਮੁਕਤ ਦੇ ਦਿੱਤਾ ਹੈ। ਇਹ ਪ੍ਰਭੂ ਨੇ ਸਾਨੂੰ ਬਰਕਤ ਦੇ ਦਿੱਤੀ ਹੈ। ਅਸੀਂ ਫਿਰ ਇਸ ਮੁਕਤ ਨੂੰ ਗਵਾਉਣਾ ਨਹੀਂ ਹੈ। ਇਹ ਸਾਨੂੰ ਸਭ ਨੂੰ ਦਿੱਤਾ ਹੈ। ਇਹ ਮੁਕਤ ਸਾਨੂੰ ਸਭ ਨੂੰ ਦਿੱਤਾ ਹੈ। ਸਾਨੂੰ ਸਭ ਨੂੰ ਦਿੱਤਾ ਹੈ। ਇੱਕ ਜਾਣੇ ਨੂੰ ਮੁਕਤ ਨਹੀਂ ਮਿਲਿਆ, ਇਹ ਮੁਕਤ ਸਭਨਾਂ ਨੂੰ ਮਿਲਿਆ ਹੈ, ਕਿਉਂਕਿ ਅਸੀਂ ਸਾਰੇ ਜਾਣੇ ਮਿਲ ਕੇ ਹੀ ਪ੍ਰਭੂ ਦੀ ਇਬਾਦਤ ਨੂੰ ਕਰ ਰਹੇ ਸਾਂ। ਪ੍ਰਭੂ ਦੀ ਅਸੀਂ ਆਰਾਧਨਾ ਨੂੰ ਕਰ ਰਹੇ ਸਾਂ। ਪ੍ਰਭੂ ਦੀ ਅਸੀਂ ਬੰਦਗੀ ਨੂੰ ਕਰ ਰਹੇ ਸਾਂ ਤੇ ਪ੍ਰਭੂ ਦੇ ਕੋਲ ਇਹਨਾਂ ਚੀਜ਼ਾਂ ਨੂੰ ਅਸੀਂ ਮੰਗ ਰਹੇ ਸਾਂ ਤੇ ਪ੍ਰਭੂ ਨੇ ਸਾਨੂੰ ਇਹ ਮੁਕਤ ਦਿੱਤਾ ਹੈ। ਫਿਰ ਅਸੀਂ ਕੌਣ ਆ? ਅਸੀਂ ਰਾਜੀ ਰਾਣੀਆਂ। ਅਸੀਂ ਮਾੜੇ ਨਹੀਂ ਆ, ਕਮਜ਼ੋਰ ਨਹੀਂ ਆ, ਅਸੀਂ ਤਕੜੇ ਆ।
प्रभु ने सानू नीवे नहीं बनाया, प्रभु ने सानू तकड़े बनाया है, प्रभु ने सानू मजबूत बनाया है। साडा एक इहो ही विश्वास होना चाहिए है। ਅਸੀਂ ਜਿੰਨੀਆਂ ਪ੍ਰਾਰਥਨਾ ਕੀਤੀਆਂ ਨੇ, ਪ੍ਰਭੂ ਤੁਸੀਂ ਸਾਡੀਆਂ ਪ੍ਰਾਰਥਨਾ ਨੂੰ ਸੁਣ ਲਿਆ ਹੈ ਤੇ ਸਾਨੂੰ ਆਪਣਾ ਮੁਕਤ ਜਿਹੜਾ ਸਾਨੂੰ ਦੇ ਦਿੱਤਾ ਹੈ। ਜਿਹੜੇ ਮੁਕਤ ਨੂੰ ਲੈਣ ਵਾਸਤੇ ਤੁਹਾਡੇ ਕੋਲ ਬੈਠੇ ਸਾਂ, ਮੁਕਤ ਸਾਨੂੰ ਮਿਲੀ ਹੈ। ਇਹ ਚ ਡਰਨਾ ਨਹੀਂ ਹੈ, ਘਬਰਾਉਣਾ ਨਹੀਂ ਹੈ। ਸਾਡੇ ਚਿਹਰੇ ਮੁਰਝਾਏ ਹੋਣੇ ਚਾਹੀਦੇ ਨਹੀਂ ਆ। ਸਾਡੇ ਚਿਹਰੇ ਫਿਰ ਇਸ ਮੁਕਤ ਨੂੰ ਲੈ ਕੇ, ਕਿਉਂਕਿ ਜਦੋਂ ਕਿਸੇ ਨੂੰ ਕੋਈ ਤਾਜ ਮਿਲਦਾ ਹੈ, ਜਦੋਂ ਕਿ ਮੁਕਤ ਮਿਲਦਾ ਹੈ, ਉਦਾਸ ਨਹੀਂ ਹੁੰਦਾ। ਕਿ ਉਦਾਸ ਹੁੰਦਾ ਹੈ? ਉਦਾਸ ਹੁੰਦਾ ਨਹੀਂ ਹੈ। ਤੇ ਫਿਰ ਸਾਨੂੰ ਮੁਕਤ ਮਿਲਿਆ ਹੈ ਤਾਂ ਅਸੀਂ ਉਦਾਸ ਹੋਣਾ ਨਹੀਂ ਹੈ। ਹਾਲੇਲੂਇਆ। ਸਾਨੂੰ ਪ੍ਰਭੂ ਯਿਸੂ ਮਸੀਹ ਨੇ ਮੁਕਤ ਦਿੱਤਾ ਹੈ ਤੇ ਅਸੀਂ ਉਦਾਸ ਹੋਣਾ ਨਹੀਂ ਹੈ। ਅੱਜ ਤੋਂ ਬਾਅਦ ਕਿਨੇ ਉਦਾਸ ਨਹੀਂ ਹੋਣਾ, किने उदास नहीं होना। प्रभु ने मेरा विश्वास है रोजा ने कबूल कर लिया है, सारिया प्रार्थना सुन लिया है, हर एक तारे बंदे को तोड़ देता है, हर एक शैतानी ताकत को दूर कर देता है। एक को प्रभु ने अपना मुक्त दे देता है। हर चीज स्वीकार करना है, हर चीज स्वीकार करने वाले बन के नहीं। साडी एहो प्रार्थना होनी चाहिए, प्रभु तुमने मुक्त देता है, मैं कमजोर नहीं हाँ। हुण शैतान का मेरे पे अधिकार नहीं है, हुण कोई विरोधी का मेरे पे कोई भी ताकत काम नहीं करती। हुण प्रभु जी मेरे सिर दे ऊपर ते तुसी हो, तो फिर दूसरा कौन हो सकता है? जिदे बनता है परमेश्वर, कौन विरोधी हो सकता है? जिदे वाले दा परमेश्वर है, उहदे वाले दा कोई भी विरोधी हो सकता। सानू मुक्त मिलिया है, फिर साडा जीवन किद्दां दा होना चाहिए है। पढ़िए दानियल 3 अध्याय, वो 12 अध्याय और किने हथ पढ़िए। पर वो जेड़े बुद्धवान हन अंबर दे प्रकाश वांगर चमकणगे। हालेलुया, हालेलुया। अच्छी बात तो भी पढ़िए। दानियल 3 12 दिखते ना, 12 से ना पढ़िए। पर वो ਜਿਹੜੇ ਬੁੱਧਵਾਨ ਹਨ, पर वो जेड़े बुद्धवान हने ਅੰਬਰ ਦੇ ਪ੍ਰਕਾਸ਼ ਵਾਂਗ ਚਮਕਣਗੇ। कितना चमकणगे? ਅੰਬਰ ਦੇ ਪ੍ਰਕਾਸ਼, अंबर दे प्रकाश वांग। ताई कितना चमकना होना? ਅੰਬਰ ਦੇ ਪ੍ਰਕਾਸ਼ ਵਾਂਗ चमकना है। हुण साडी चमक होनी ਚਾਹੀਦੀ ਹੈ, क्योंकि ਅਸੀਂ बुद्धवान आ। परमेश्वर ने सानू बुद्धवान बनाया है, अपने मुक्त नाल सानू निवाचिया है। ते हुण साडे चेहरे मुरझाए होने चाहिए नहीं है। साडे चेहरे जेड़े आ हुण मुरझाए होने चाहिए नहीं आ। ਅਸੀਂ ਕਿੱਦਾਂ ਕਰਨਾ ਹੈ? ਅੰਬਰ ਦੇ ਤਾਰਿਆਂ ਦੇ ਵਾਂਗੂ ਚਮਕਣਾ ਹੈ। ਉਹ ਤਾਰੇ ਚਮਕਦੇ ਨੇ, ਸਭ ਨੂੰ ਵਿਖਾਈ ਦਿੰਦੇ ਨੇ। ਫਿਰ ਅਸੀਂ ਜਿੱਥੇ ਜਾਈਏ ਪਤਾ ਲੱਗੇ ਕਿ ਇਹ ਮਸੀਹ ਦੇ ਲੋਕ ਨੇ, ਇਹ ਮਸੀਹ ਦੇ ਲੋਕ ਨੇ। ਸਾਡੀ ਚਮਕਾਹਟ ਇਸ ਤਰੀਕੇ ਦੀ ਹੋਣੀ ਚਾਹੀਦੀ ਹੈ। ਸਾਡਾ ਜਿਹੜਾ ਚਿਹਰਾ ਇਸ ਤਰ੍ਹਾਂ ਚਮਕਣਾ ਚਾਹੀਦਾ ਹੈ ਕਿ ਅਸੀਂ ਅੰਬਰ ਦੇ ਤਾਰਿਆਂ ਦੇ ਵਾਂਗੂ ਜਿਹੜੇ ਆ ਚਮਕਣ ਵਾਲੇ ਹੋਈਏ। ਹਾਂਜੀ, ਅਤੇ ਉਹ ਜਿਨ੍ਹਾਂ ਨੇ ਉਦਮ ਨਾਲ ਢੇਰ ਸਾਰੇ ਧਰਮੀ ਬਣ ਗਏ, ਜਿਨ੍ਹਾਂ ਦੇ ਉਦਮ ਦੇ ਨਾਲ ਢੇਰ ਸਾਰੇ ਧਰਮੀ ਬਣ ਗਏ, ਤਾਰਿਆਂ ਵਾਂਗੂ ਜੁਗੋ ਜੁਗ ਦੀਗਰ, ਤਾਰਿਆਂ ਵਾਂਗੂ ਜੁਗੋ ਜੁਗੀ ਦੀਗਰ। ਹਾਲੇਲੂਇਆ। ਸਾਡੇ ਚਿਹਰੇ ਉਦੋਂ ਤੱਕ ਚਮਕਣੇ ਚਾਹੀਦੇ ਨੇ, ਜੁਗੋ ਜੁਗ ਤੱਕ, ਜਿੰਨੀ ਦੇਰ ਤੱਕ ਸਾਡੀ ਜ਼ਿੰਦਗੀ ਹੈ। ਇਹ ਚਿਹਰੇ ਚਮਕਣੇ ਚਾਹੀਦੇ ਨੇ। आकाश के अंबर के विच तारे चमक रहे ने। आज प्रभु साडे नूर नूं, साडे चेहरे नूं होर चमकाओ प्रभु, और भी साडे उत्ते किरपा करो। असीं मरझाए नहीं, असीं उन्हां होर लोकां नूं बचाउण वाले बन जाना है, होर लोकां नूं धर्मी बनाउण वाले बन जाना है। फिर गवाही देनी है। जो कुछ असीं परमेश्वर ने सानूं बरकत दित्ती है, असीं वंडण वाले बन जाना है। वो असी बरकत नूं वंडण वाले बन जाना है, छुपाउणी नहीं है, लुका के नहीं रखनी। इन्ना
चोआ 1.5 महीना साल का बाकी रह गया ने एक दा उत्तर ਅਸੀਂ ਇਹਨਾਂ ਨਾਲ ਵੇਖਾਂਗੇ ਹਾਲੇਲੂਇਆ ऐसे साल ਦੇ ਵਿੱਚ ਅਸੀਂ ਇਹਨਾਂ ਸਭ ਪ੍ਰਾਰਥਨਾ ਦਾ ਉੱਤਰ ਨੂੰ ਵੇਖਾਂਗੇ ਜੇ ਅਸੀਂ ਚਮਕਦੇ ਰਵਾਂਗੇ ਅਸੀਂ ਚਮਕਦੇ ਰਹਿਣਾ ਹੈ ਜਦ ਅਸੀਂ ਚਮਕਾਂਗੇ ਤੇ ਲੋਕ ਸਾਨੂੰ ਪੁੱਛਣਗੇ ਅਸੀਂ ਗਵਾਹੀ ਦੇਵਾਂਗੇ ਤੇ ਪ੍ਰਭੂ ਦਾ ਵਚਨ ਹੋਰ ਫੈਲਦਾ ਜਾਵੇਗਾ ਹੋਰ ਵੀ ਬਹੁਤ ਸਾਰੇ ਧਰਮੀ ਬਣਦੇ ਜਾਣਗੇ ਬਹੁਤ ਸਾਰੇ ਲੋਕਾਂ ਨੂੰ ਧਰਮੀ ਬਣਾਉਣਾ ਹੈ ਉਹਨਾਂ ਲੋਕਾਂ ਨੂੰ ਬਚਾਉਣ ਵਾਲੇ ਬਣ ਜਾਣਾ ਹੈ ਜਿਹੜੇ ਅਜੇ ਵੀ ਮੁਸ਼ਕਲਾਂ ਦੇ ਵਿੱਚ ਹੈ ਉਹਨਾਂ ਨੂੰ ਬਚਾਉਣ ਵਾਲੇ ਬਣ ਜਾਣਾ ਹੈ ਉਹਨਾਂ ਨੇ ਆਪਣੇ ਗਵਾਹੀ ਦੇਣ ਵਾਲੇ ਸੀ ਬਣ ਜਾਣਾ ਹੈ ਕਿ ਪ੍ਰਭੂ ਨੇ ਮੇਰੇ ਜੀਵਨ 'ਚ ਕੰਮ ਕੀਤਾ ਹੈ ਪ੍ਰਭੂ ਨੇ ਮੈਨੂੰ ਵੱਡੀ ਬਰਕਤ ਦਿੱਤੀ ਹੈ ਪ੍ਰਭੂ ਨੇ ਮੈਨੂੰ ਆਜ਼ਾਦ ਕੀਤਾ ਹੈ ਪ੍ਰਭੂ ਦੀ ਕਿਰਪਾ ਸਭ ਅੱਖਾਂ ਬੰਦ ਕਰੀਏ ਸਭ ਅੱਖਾਂ ਬੰਦ कची प्रार्थना करिए कि प्रभु जो थारे बच्चे में तो सीखा है जो कुछ तेरे को है और लो टुकड़ाई दे नाल फड़ी रख कहते तेरा मुकुट हो ना कोई रह छापे प्रभु जी जो तुसी सानू बरकत देती है ਅਸੀਂ ਇਹ ਬਰਕਤ ਤੇ ਸਾਡੀ ਗਵਾ ਕੇ ਨਾ ਜਾਣਾ ਮੁਕਟ ਸਾਡੇ ਤੇ ਪਹਿਨਾਇਆ ਪ੍ਰਭੂ ਜੀ ਜਿਹੜਾ ਮੁਕਟ ਤੇ ਸਾਡੇ ਤੇ ਰੱਖ ਦਿੱਤਾ ਏ ਇਹ ਮੁਕਟ ਕਿਤੇ ਸਾਡਾ ਡਿੱਗ ਨਾ ਜਾਵੇ ਇਹ ਮੁਕਟ ਸਾਡਾ ਨਾ ਡਿੱਗ ਜਾਵੇ ਇਹ ਸਾਡਾ ਮੁਕਟ ਨਾ ਡਿੱਗ ਜਾਵੇ ਪ੍ਰਭੂ ਜੀ ਟੁਕੜਾਈ ਦੇ ਨਾਲ ਸਾਨੂੰ ਫੜਿਆ ਕਰਵਾ ਕੇ ਤੁਸੀਂ ਸਾਡੀ ਮਦਦ ਕਰੋ ਅੱਜ ਤੁਸੀਂ ਸਾਨੂੰ ਟੁਕੜਾਈ ਦੇ ਨਾਲ ਫੜੀ ਸਾਨੂੰ ਮੁਕਤ ਦਿੱਤਾ ਹੈ ਸਾਨੂੰ ਮੁਕਤ ਦਿੱਤਾ ਹੈ ਸਾਨੂੰ ਆਪਣੀ ਆਸ਼ੀਰਵਾਦ ਦਿੱਤਾ ਹੈ ਸਾਡੇ धन्यवाद यीशु राजा बड़ा धन्यवाद होवे पवित्र आत्मा की थारे नाम की स्तुति होने पाए यीशु राजा मैं ताड़ा धन्यवाद करता हूं कि तुझे अपने लोगों को बड़ी बरकत देता है ਵੱਡੀ ਬਰਕਤ ਦਿੱਤਾ ਹੈ ਵੱਡੀ ਬਰਕਤ ਦਿੱਤਾ ਹੈ ਤੇ ਪ੍ਰਭੂ ਜੀ ਇਹਨਾਂ ਦਿਨਾਂ ਦੇ ਵਿੱਚ ਮੇਰੇ ਪਿਤਾ ਪ੍ਰਭੂ ਜੀ ਆਪਣੇ ਲੋਕਾਂ ਨੂੰ ਆਪਣੀ ਆਸ਼ੀਸ਼ ਨਾਲ ਭਰਪੂਰ ਕੀਤਾ ਹੈ ਵੱਡੇ ਆਨੰਦ ਦੇ ਨਾਲ ਤੁਸੀਂ ਭਰਪੂਰ ਕੀਤਾ ਹੈ ਆਪਣਾ ਮੁਕਟ प्रभु जी अपन कर देता है ਜਿਹਦੀ ਪ੍ਰਭੂ ਜੀ ਆਸ ਨੂੰ ਲੈ ਕੇ ਥਾਰੇ ਲੋਕ ਬੈਠੇ ਸੀ ਤੁਸੀਂ ਉਸ ਮੁਕਤ ਨਾਲ ਆਪਣੇ ਲੋਕਾਂ ਨੂੰ ਭਰਪੂਰ ਕਰ ਦਿੱਤਾ ਹੈ ਬਰਕਤ ਨਾਲ ਭਰਪੂਰ ਕਰ ਦਿੱਤਾ ਹੈ ਪ੍ਰਭੂ ਤੁਸੀਂ ਆਪਣੀ ਕਿਰਪਾ ਦੇ ਨਾਲ ਆਪਣੇ ਲੋਕਾਂ ਨੂੰ ਭਰਪੂਰ ਕੀਤਾ ਹੈ ਆਪਣੇ ਰਹਿਮ ਦੇ ਨਾਲ ਮੇਰੇ ਪ੍ਰਭੂ ਯਿਸੂ ਰਾਜਾ ਤੁਸੀਂ ਆਪਣੇ ਲੋਕਾਂ ਨੂੰ ਭਰਪੂਰ ਕੀਤਾ ਹੈ ਤੁਹਾਡਾ ਧੰਨਵਾਦ ਕਰਦੇ ਮੇਰੇ ਪ੍ਰਭੂ ਜੀ और भी कृपा करो परमेश्वर ने और भी कृपा करनी है हजरात कईयां ते कृपा और भी होनी है हजरात रात बहुत सारे ते कृपा होनी है हजरात बहुत सारे ते और भी कृपा होनी है हजरात प्रभु और भी अपने लोगों ने कृपा हमारे देखा हजरात प्रभु और भी अपने लोगों ने नवियां बरकतां दा देखा हजरात और भी प्रभु अपने लोगों ने नवियां बरकतां नाल भरपूर करेगा हजरात प्रभु और भी अपने आनंद नाल भरपूर करेगा हजरात प्रभु अपने आनंद नाल भरपूर करेगा अपनी कृपा नाल प्रभु ने भरपूर करेगा आज अपनी महिमा नाल और भी भरपूर करेगा क्योंकि प्रभु ने पहला भी बहुत सारी सन बरकत दी है हर एक ताने बंदे नु तोड़िया है जिन्नियां भी ऐसी प्रार्थना कीतियां ने जिन्नियां भी ऐसी बेनतियां कीतियां ने जो ऐसी साडी ये प्रार्थना सी कि प्रभु बहुत सारे लोकां ने जीवन दे विच दसे हा प्रभु ने हर एक दसे को दूर कीता से अपने हत्थां नु गा के प्रभु दा धन्यवाद करांगे हालेलुया 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 धन्यवाद 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 जिंदा खुदा मेरे पवित्र आत्मा दा धन्यवाद कर दे तुझे अपने लोकां दी सब नशे वाली गंदी आत्मा नु दूर करता मेरे पवित्र आत्मा मैं ताड़ा धन्यवाद करदा मेरे यहोवा थारे नाम दी तारीफ को तारीफ हालेलुया जी प्रार्थना कर रहे सा कि प्रभु एक काम में एक नंबर आउंदा है ओदा पूरा पूरा परिवार बचावे प्रभु ने सचमुच ही उन्हें परिवार को बचा ले बड़ी बात कर देती है उनका धन्यवाद करांगे हालेलुया थैंक यू जिंदा खुदा मेरे पवित्र आत्मा के हाल बरकत दिए बड़े बड़े काम किया मेरे तारे नाम दी तारीफ धन्यवाद धन्यवाद हर एक ताने चेतान दे बंदे को तोड़ता से तुमने धन्यवाद करांगे हालेलुया हालेलुया धन्यवाद धन्यवाद पवित्र आत्मा हर एक ताने चेतान दे बंदे को तोड़ जाए प्रभु तारे नाम दी तारीफ को तारीफ आज बहुत सारे नवे परिवार को तो पृथ्वी में क्या गया प्रभु का धन्यवाद करांगे हालेलुया हालेलुया धन्यवाद प्रभु सेव के लिए आनंद उदार है प्रभु का धन्यवाद करांगे हालेलुया धन्यवाद बड़ी बरकत है मेरे पवित्र आत्मा तारे नाम दी तारीफ हर एक दे कार नु हर एक दे परिवार नु हर एक
जीवन में बरकत देता है, लगातार और जान के लिए मदद किया है, राह में रोशनी बने, हर एक मित्र को बचाया प्रभु जी, ताकि सब ले आइए कर धन्यवाद के साथ प्रार्थना के साथ धन्यवाद करिए। प्रभु ने आत्मिक बरकत भरपूर किताब पूरा धन्यवाद करांगे। हालेलुया। आत्मिक बरकत भरपूर किताब नहीं होगा हमारे नाम की तारीफ को हालेलुया। सुबह की आराधना में और भी बड़े बड़े काम होने के लिए प्रभु का धन्यवाद करांगे। हालेलुया। धन्यवाद बड़े काम करे बड़े बड़े काम होने के लिए हमारे नाम की तारीफ को धन्यवाद मेरे पवित्र आत्मा जी नाडे रहे के ताड़ी कृपा करिए मेरे पवित्र आत्मा जी ताड़ा धन्यवाद करना मेरे प्रभु शायद ताड़े ला बुढ़िया के खार मेरे यहोवा ताड़े रहम दिए ताड़ा धन्यवाद। हालेलुया। परम प्रधान सर्वशक्तिमान दयालु ते कृपालु अनादि खुदा सी ताड़े शुक्रगुजार प्रभु जी आज के इस सुंदर समय वास्ते जो तुसी अपने लोकां दी जिंदगी दे विच दित्ता प्रभु जी। बहुत सारे लोग सी जो आज के दिन दे विच दाखल होए पर अज दी शाम ਨੂੰ देख ना पाई प्रभु जी। ਅਸੀਂ ਉਹਨਾਂ ਨਾਲ ਚੰਗੇ ਤੇ ਵਧੀਕ ਨਹੀਂ ਸਾਂ ਪਰ ਇਹ ਤੁਹਾਡਾ ਮਹਾਨ ਪਿਆਰ ਆ ਜੋ ਤੁਸੀਂ ਅੱਜ ਦਾ ਦਿਨ ਅੱਜ ਦੀ ਸ਼ਾਮ ਅੱਜ ਦੀ ਰਾਤ ਸਾਡੀ ਜ਼ਿੰਦਗੀ ਵਿੱਚ ਦਿੱਤਾ ਪ੍ਰਭੂ ਜੀ। ਤੁਹਾਡੀਆਂ ਸਾਰੀਆਂ ਭਲਾਈਆਂ ਦੇ ਲਈ ਪ੍ਰਭੂ ਜੀ, ਤੁਹਾਡੀਆਂ ਸਾਰੀਆਂ ਵਫਾਦਾਰੀਆਂ ਦੇ ਲਈ ਪ੍ਰਭੂ ਜੀ ਅਤੇ ਤੁਹਾਡੇ ਵੱਡੇ ਵੱਡੇ ਕੰਮਾਂ ਦੇ ਲਈ ਤੁਹਾਡੇ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਪ੍ਰਭੂ ਜੀ। ਪੂਰਾ ਦਿਨ ਤੁਸੀਂ ਆਪਣੇ ਲੋਕਾਂ ਨੂੰ ਸੰਭਾਲ ਕੇ ਰੱਖਿਆ ਪ੍ਰਭੂ ਜੀ। ਇੱਕ ਹੀ ਦਿਨਾਂ ਦੇ ਰੋਜ਼ਾਂ ਦੇ ਵਿੱਚ ਪ੍ਰਭੂ ਜੀ ਲਗਾਤਾਰ 20 दिन प्रभु जी तुसी अपने लोकां दी मदद कीता, आउण जाण विच मदद कीता, रस्ते दे रोशनी पैरां दे दीपक होए प्रभु जी। एक एक दे लई समय दा इंतजाम कीता, आउण जाण विच तुसी किराए दा इंतजाम कीता प्रभु जी। इन्हां ते आले प्रभु जी बहुत सारे बंधनां नूं प्रभु जी इन्हां दिनां दे विच तुसी तोड़ दित्ता प्रभु जी। बहुत सारे लोकां नूं तुसी छुटकारा दित्ता, बहुत सारे लोकां नूं तुसी आजाद कीता, बहुत सारे लोकां नूं तुसी बहाल कीता, बहुत सारे घरां च तुसी बरकत दित्ता, बहुत सारे परिवारां च वड्डी बरकत दित्ता, बहुत सारे घरां दे विचों सब नशेआं दे बंधनां नूं तुसी तोड़ दित्ता प्रभु जी। ਅਤੇ ਬਹੁਤ ਸਾਰੇ ਘਰਾਂ ਦੇ ਵਿੱਚੋਂ ਪ੍ਰਭੂ ਜੀ ਉਹ ਸਭ ਲੜਾਈ ਝਗੜਿਆਂ ਦੇ ਬੰਧਨਾਂ ਨੂੰ ਤੁਸੀਂ ਤੋੜਿਆ, ਆਪਣੇ ਲੋਕਾਂ ਨੂੰ ਤੁਸੀਂ ਬਹਾਲ ਕੀਤਾ, ਛੁਟਕਾਰਾ ਦਿੱਤਾ ਪ੍ਰਭੂ ਜੀ। ਤੁਹਾਡੀਆਂ ਸਾਰੀਆਂ ਭਲਾਈਆਂ ਦੇ ਲਈ ਪ੍ਰਭੂ ਜੀ ਤੁਹਾਡੇ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਪ੍ਰਭੂ ਜੀ। ਨਾਈ ਦੀ ਆਰਾਧਨਾ ਨੂੰ ਵੀ ਤੁਸੀਂ ਆਪਣੇ ਹੱਥਾਂ ਵਿੱਚ ਲੈ ਕੇ ਚਲਾਇਆ, ਆਰਾਧਨਾ ਪ੍ਰਾਰਥਨਾ ਜੀ ਬਹੁਤ ਸਾਰੇ ਬੰਧਨਾਂ ਨੂੰ ਤੁਸੀਂ ਤੋੜਿਆ ਪ੍ਰਭੂ ਜੀ। ਤੁਹਾਡਾ ਧੰਨਵਾਦ ਤੇ ਸ਼ੁਕਰ ਕਰਦਾ ਪ੍ਰਭੂ ਜੀ। ਥੋੜਾ ਸਮਾਂ ਜੋ ਅਸੀਂ ਤੁਹਾਡੇ ਪਵਿੱਤਰ ਵਚਨ ਦੇ ਵਿੱਚੋਂ ਸਿੱਖਿਆ ਪ੍ਰਭੂ ਜੀ, ਇਹ ਵਚਨ ਤੁਹਾਡੇ ਲੋਕਾਂ ਦੇ ਦਿਲਾਂ ਦੇ ਵਿੱਚ ਕਾਰਿਆ ਕਰੇ ਪ੍ਰਭੂ ਜੀ। ਅਸੀਂ ਵਚਨ ਦੇ ਵਿੱਚੋਂ ਦੇਖ ਰਹੇ ਸੀ ਜੋ ਕੁਝ ਤੇਰੇ ਕੋਲ ਹੈ ਵੇਖ ਮੈਂ ਛੇਤੀ ਆਉਣਾ ਹਾਂ, ਜੋ ਕੁਝ ਤੇਰੇ ਕੋਲ ਹੈ ਤਕੜਾਈ ਨਾਲ ਖੜੀ ਰੱਖ ਪ੍ਰਭੂ ਜੀ। ਇਹਨਾਂ ਦਿਨਾਂ ਦੇ ਵਿੱਚ ਪ੍ਰਭੂ ਜੀ ਜੋ ਤੁਹਾਡੇ ਲੋਕਾਂ ਨੇ ਜੋ ਕੁਝ ਤੁਹਾਡੇ ਕੋਲ ਪਾਇਆ ਹੈ ਹਾਲਾ ਆਤਮਿਕ ਬਰਕਤਾਂ ਨੂੰ, ਜਿਸਮਾਨੀ ਬਰਕਤਾਂ ਨੂੰ ਪ੍ਰਭੂ ਜੀ ਅਤੇ ਰੂਹਾਨੀ ਬਰਕਤਾਂ ਨੂੰ ਪ੍ਰਭੂ ਜੀ ਤੁਹਾਡੇ ਲੋਕ ਕਦੇ ਗਵਾਉਣ ਨਾ ਪ੍ਰਭੂ ਜੀ ਅਤੇ ਤਕੜਾਈ ਦੇ ਨਾਲ ਫੜੀ ਰੱਖਣ ਪ੍ਰਭੂ ਜੀ। ਤੁਹਾਡਾ ਧੰਨਵਾਦ ਤੇ ਸ਼ੁਕਰ ਕਰਦਾ ਪ੍ਰਭੂ ਜੀ। ਜਿਸ ਤਰ੍ਹਾਂ ਅਸਤਰ ਨੇ ਪ੍ਰਭੂ ਜੀ 3 ਦਿਨ ਅਤੇ 3 ਰਾਤ ਦਾ ਵਰਤ ਰੱਖਿਆ, ਉਹਨੇ ਕਿਹਾ ਮੈਂ ਵਰਤ ਉਸ ਰਾਜੇ ਦੇ ਸਾਹਮਣੇ ਹਾਜ਼ਰ ਹੋਵਾਂਗੀ, ਜੇ ਮੈਂ ਮਿਟ ਗਈ ਤਾਂ ਮਿਟ ਗਈ ਪ੍ਰਭੂ ਜੀ। ਉਹਨੇ ਆਪਣੀ ਜਾਨ ਦੀ ਪਰਵਾਹ ਕੀਤਾ ਨਹੀਂ ਆ ਪ੍ਰਭੂ ਜੀ। ਉਹਨੇ ਅੱਲਾਹ ਪ੍ਰਭੂ ਜੀ ਸਾਰਿਆਂ ਨੇ ਵਰਤ ਰੱਖਿਆ ਪ੍ਰਭੂ ਜੀ ਅਤੇ ਉਹਨਾਂ ਇੱਕ ਮਨ ਹੋ ਕੇ ਪਰਮੇਸ਼ਰ ਦੇ ਅੱਗੇ ਬੇਨਤੀ ਕੀਤਾ ਅਤੇ ਅੱਲਾਹ ਪ੍ਰਭੂ ਜੀ ਤੁਸੀਂ ਉਸ ਰਾਜੇ ਦੇ ਜੀਵਨ ਨੂੰ ਬਦਲ ਦਿੱਤਾ ਪ੍ਰਭੂ ਜੀ। ਅੱਜ ਅਸੀਂ ਵਿਸ਼ਵਾਸ ਕਰਦੇ ਹਾਂ ਪ੍ਰਭੂ ਜੀ ਜਿਸ ਜਿਸ ਮਕਸਦ ਦੇ ਲਈ ਅਸੀਂ ਬੇਨਤੀਆਂ ਕੀਤੀਆਂ, ਅਸੀਂ ਪ੍ਰਾਰਥਨਾ ਕੀਤੀਆਂ ਪ੍ਰਭੂ ਜੀ, ਉਹਨਾਂ ਲੋਕਾਂ ਦੇ ਜੀਵਨਾਂ ਨੂੰ ਅੱਜ ਤੁਸੀਂ ਬਦਲ ਦਿੱਤਾ ਹੈ ਪ੍ਰਭੂ ਜੀ। ਤੁਹਾਡਾ ਧੰਨਵਾਦ ਸਮਰਥੀ ਬਾਪ ਪ੍ਰਭੂ ਜੀ, ਤੁਹਾਡਾ ਧੰਨਵਾਦ ਤੇ ਸ਼ੁਕਰ ਕਰਦਾ ਪ੍ਰਭੂ ਜੀ। ਅਸੀਂ ਬੱਚੇ ਦੇ ਵਿੱਚੋਂ ਦੇਖ ਰਹੇ ਸੀ ਯਾਕੂਬ ਨੇ ਸਾਰੀ ਰਾਤ ਕੋਲ ਕੀਤਾ, परमेश्वर के दूत ने नाल कोल कीता। उन्हें क्या मैं आज बरकत नु पाना है प्रभु जी, आज मैं आशीष नु पाना है। उन्हें क्या तू दस तेरा नाम की है? उन्हें क्या मेरा नाम जेड़ा याकूब है। उन्हें क्या मैं याकूब नाम नु बरकत दे सकदा नहीं हां, तेरा नाम धोखेबाज है। पर उन्हें सारी रात कोल कीता प्रभु जी ਅਤੇ ਤੁਸੀਂ ਉਹਨੂੰ ਬਰਕਤ ਦਿੱਤਾ, ਉਹਦੇ ਨਾਮ ਨੂੰ ਵੱਡਿਆ ਕਰ ਦਿੱਤਾ ਪ੍ਰਭੂ ਜੀ। ਨਾਲਾ ਪ੍ਰਭੂ ਤੁਹਾਡੇ ਲੋਕਾਂ ਨੇ ਵੀ ਇਹਨਾਂ ਦਿਨਾਂ ਦੇ ਵਿੱਚ ਰੋਜ਼ਾ ਰੱਖ ਕੇ ਉਪਵਾਸ ਰੱਖ ਕੇ
प्रभु जी नाले वचन दे विचों वेखिया बादशाह अते रानी जिहड़े हेठां डिग गए ने उन्हां दा मुकुट जिहड़ा हेठां डिग गया प्रभु जी बल्कि आया प्रभु जी जो मुकुट तुसी अपने लोकां नूं दित्ता प्रभु जी ओ कदे गवाउण वाले नहीं बल्कि सदा तिकर प्रभु जी उस मुकुट दे विच बने रहण विच तुसी अपने लोकां दी मदद करना प्रभु जी नाले प्रभु जी जिस तरह संत पौलुस कह रहा ये मुकुट सिर्फ मेरे लिए नहीं आ बल्कि उन्हां लोकां दे लिए आ जिन्हां ने परमेश्वर दे स्वरूप नूं प्रकाश होण दे लिए प्यारा जानिया प्रभु जी नाले प्रभु जी अज मुकुट अल्लाह प्रभु जी तुहाडे दासां दे लिए नहीं बल्कि ना सारे लोकां दे लिए प्रभु जी जिन्हां ने प्रभु जी नाले प्रभु जी अल्लाह इस जगह ते तुहाडी आराधना नूं कीता तुहाडे विच बने रहे प्रभु जी जो तुसी अपने लोकां ते दया कीता प्रभु जी ये मुकुट नूं कदे गवाउण वाले नहीं प्रभु जी बल्कि इस मुकुट दे विच चलदे रहण विच तुसी अपने लोकां दी मदद करना प्रभु जी नाले तुसी अपने लोकां दे होर भी दया करना प्रभु जी जिस तरह आकाश दे विच तारे चमकदे ने प्रभु जी इसे तरह तुहाडे लोकां दी चमकाहट बनी रहे प्रभु जी नाले तुसी अपने लोकां नूं होर वड्डी बरकत देना होर भी दया करना प्रभु जी वचन तुहाडे लोकां दे दिलां विच काम किया करे मने थल्ले ते फल दे दायक बने प्रभु जी तुहाडा धन्नवाद ते शुक्र करदा हां प्रभु जी दुआ करदा तुहाडे लोकां ने वापस अपने घरां जाना प्रभु जी रस्ते ते रोशनी अते पैरां दे दीपक होना प्रभु जी आपो अपने घरां दे विच जाण विच तुसी अपने लोकां दी मदद करना अज रात तुसी मिठी प्यारी नींद देना प्रभु जी ना प्यारा स्वर्गीय दर्शन देना अते सुबह प्रभु जी अज रात एक एक चांद दे नाल प्रभु जी निक्कियां तो लैके वड्डियां तक तुसी गलबात करना प्रभु जी बहुत सारे जीवनां नूं प्रभु जी तुसी बदल देना बहुत सारे जीवनां नूं तुसी वड्डी बरकत देना प्रभु जी अज रात एक एक नाल गलबात करना प्रभु जी कल टाइम तक से प्रभु जी एक एक जन नूं तुसी अपनी पाक हजूरी विच लैके आउणा कल दी सारी आराधना नूं भी तुसी अपने थम च लैके चलाना आशीर्वाद करना ते वड्डी बरकत देना जो तुहाडे लोकां ने तुहाडे प्रभु भोज विच शामिल होना तुहाडे मेल ते निकल जाना प्रभु जी अपने लोकां दी गलतियां गुनाहां नूं माफ करना अते आज्ञा प्रभु जी अपने लोकां नूं अपने विच होर पवित्र करना आशीर्वाद करना ते बरकत देना प्रभु जी होर भी तुसी अपने लोकां नूं दिन दुगणी अते रात चौगुणी बरकत देना बकाया सारा समा तुहाडे हत्थां विच सौंप देना छोटी दुआ नूं सुनना अपने हजूर च तो जाना अज दी दुआ साडी मुक्ति दाते प्रभु यीशु मसीह दे नाम दे विच मंगदा हां आमीन हुण साडे कदामत यीशु मसीह दा फजल बाप बेटे दी मुहब्बत रूह पाक दी संगत ते शराकत घर नाल परिवार नाल आए हुए पाइयां पैनां नाल ते संतां सेवकां दे नाल हुण तो लेके हमेशा हमेशा तोड़ी हुंदी रहेगी आमीन हालेलुया 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 सब नु जय मसीह दी